ਅਸੀਂ ਐਗਰੀਕਲਚਰ ਨੂੰ ਇੰਨਾ ਡੈਲੀਬਰੇਟਲੀ ਇੰਪਾਵਰਿਸ਼ ਰੱਖਿਆ ਹੈਗਾ ਕਿ ਉਹ ਕਦ ਤੱਕ ਵਿਚਾਰੇ ਉਹ ਜਿਹੜੇ ਹੈਗੇ ਆ ਯੂ ਥਿੰਕ ਕਿ ਜੋ ਅਸੀਂ ਬੋਲਾਂਗੇ ਉਹ ਕਰਦੇ ਰਹਿਣਗੇ ਜਾਂ ਉਹ ਹਾਂ ਨੇ ਹਾਂ ਮਿਲਾਉਂਦੇ ਰਹਿਣਗੇ। ਇੰਡਸਟਰੀ ਜਾਂ ਹਲਕਾ ਜਿਹਾ ਵੀ ਨੁਕਸਾਨ ਉਹਨੂੰ ਹੁੰਦਾ ਹੈ, ਅਸੀਂ ਚਿਪਸ ਦੀ ਪ੍ਰਾਈਸ ਹੀ ਵੱਧ ਜਾਏਗੀ, ਸਭ ਕੁਝ ਮਹਿੰਗਾ ਮਿਲ ਰਿਹਾ ਹੈਗਾ ਕਿ ਬਿਕੋਜ਼ ਇੰਡਸਟਰੀ ਦਾ ਪੈਟਰੋਲ ਨੂੰ ਖਰਚਾ ਪੈ ਰਿਹਾ ਬਟ ਅਸੀਂ ਕਿਸਾਨ ਨੂੰ ਨਹੀਂ ਵਾਧੂ ਦੇਣਾ ਤਿਆਰ, ਕਣਕ ਵੀ ਵਾਧੂ ਦੇ ਜੇ ਉਹ ਥੋੜਾ ਜਿਹਾ ਮੁਨਾਫਾ ਯੂਕਰੇਨ ਤੋਂ ਕਮਾਉਣ ਦੀ ਕੋਸ਼ਿਸ਼ ਕਰੇ, ਅਸੀਂ ਕਹਿੰਦੇ ਨਹੀਂ ਤੂੰ ਜੰਗ ਤੋਂ ਮੁਨਾਫਾ ਨਹੀਂ ਕਮਾ ਸਕਦਾ, ਬਾਕੀ ਤੇ ਕਮਾ ਰਹੇ ਕਿ ਲਾਅ ਵਿਡਰਾ ਹੋ ਗਏ, ਬਹੁਤ ਅੱਛਾ ਹੋਇਆ ਦੇਸ਼ ਵਾਸਤੇ। ਇਮੈਜਿਨ ਕਰੋ ਕਿ ਅਗਰ ਇਹ ਕੰਪਨੀਆਂ ਨੂੰ ਇਸ ਟਾਈਮ ਕਿਹਾ ਹੁੰਦਾ ਕਿ ਤੁਸੀਂ ਹੋਰਡਿੰਗ ਕਰ ਲਓ, ਤੁਸੀਂ ਸਟਾਕ ਕਰ ਲਓ, ਤੁਹਾਨੂੰ ਤਾਂ ਕਿਚਨ ਦਾ ਵੀ ਥੋੜਾ ਬਜਟ ਖਰਾਬ ਹੋ ਜਾਣਾ ਸੀਗਾ। ਹੁਣ ਇਹ ਹੈ ਕਿਸਾਨ ਇੱਕ ਟਾਈਮ ਤੇ ਮੁੱਛਾਂ ਉਹਦੀ ਉੱਪਰ ਹੁੰਦੀ ਸੀਗੀਆਂ, ਇਟ ਵਾਸ ਅ ਸਿੰਬਲ ਆਫ ਪ੍ਰਾਈਡ ਕਿ ਟਰੈਕਟਰ ਤੇ ਬੈਠਾ ਹੈਗਾ। ਅੱਜ ਉਹੀ ਜਿਹੜਾ ਕਿਸਾਨ ਹੈਗਾ ਹੀ ਹੈਜ਼ ਬਿਕਮ ਅ ਬਰਡਨ ਔਨ ਦੀ ਨੇਸ਼ਨ, ਔਰ ਬਰਡਨ ਕਿਸਾਨ ਇਹ ਮਤਲਬ ਦੇਸ਼ ਇੰਨਾ ਚਾਹੁੰਦਾ ਹੈਗਾ ਕਿ ਇਸ ਬਰਡਨ ਨੂੰ ਜਿੰਨੀ ਜਲਦੀ ਉਤਾਰਿਆ ਜਾਏ ਉਨਾ ਅੱਛਾ ਹੈ। ਦੀ ਪੁਆਇੰਟ ਆਈ ਐਮ ਟ੍ਰਾਈਂਗ ਟੂ ਮੇਕ ਇਜ਼ ਵੀ ਡੋਂਟ ਵਾਂਟ ਟੂ ਬ੍ਰਿੰਗ ਹਿਮ ਟੂ ਦੈਟ ਲੈਵਲ ਜਿਹਦੇ ਵਿੱਚ ਉਹ ਵੀ ਸਾਡੇ ਨਾਲ ਬੈਠ ਜਾਏ ਜਾਂ ਸਾਡੇ ਨਾਲ ਖੜਾ ਹੋ ਜਾਏ। ਕਿ ਤੁਸੀਂ ਮੰਨਦੇ ਹੋ ਕਿ ਕਾਨੂੰਨ ਨਹੀਂ ਠੀਕ ਸੀਗੇ, ਡੂ ਯੂ ਥਿੰਕ ਅੱਜ ਸਾਡੀ ਕਿਸਾਨੀ ਜਾਂ ਸਾਡੇ ਕੋਲ ਇਹੋ ਜਿਹੇ ਲੀਡਰਸ ਨੇ ਜਿਹੜੇ ਉਸ ਸਾਹਮਣੇ ਫਿਰ ਖੜੇ ਹੋ ਪਾਣਗੇ? ਮਤਲਬ 20 ਸਾਲ ਬਾਅਦ ਇੱਕ ਸਟੱਡੀ ਆਉਂਦੀ ਹੈ ਜਿਹੜੀ ਕਹਿੰਦੀ ਹੈ ਕਿ ਤੁਸੀਂ ਅਗਰ ਛਿੱਟਾ ਮਾਰਦੇ ਹੁੰਦੇ, ਪਹਿਲੇ ਛਿੱਟਾ ਮਾਰਦੇ ਸੀ ਨਾ, ਹਾਂਜੀ ਛਿੱਟਾ ਮਾਰਦੇ ਔਰ ਜਾਂ ਤੁਸੀਂ ਟ੍ਰਾਂਸਪਲਾਂਟਿੰਗ ਕਰੋ, ਇਹਨਾਂ ਦੋਨਾਂ ਵਿੱਚ ਕੋਈ ਫਰਕ। ਸਾਨੂੰ ਤੁਸੀਂ ਦੱਸਿਆ ਪਹਿਲੇ ਕਿ ਵੀ ਤੁਸੀਂ ਟ੍ਰਾਂਸਪਲਾਂਟਿੰਗ ਕਰੋਗੇ ਤਾਂ ਉਹਦੇ ਨਾਲ ਤੁਹਾਡੀ ਪ੍ਰੋਡਕਟਿਵਿਟੀ ਵਧੇਗੀ, ਐਫੀਸ਼ੀਐਂਸੀ ਵਧੇਗੀ, ਉਹ ਸਾਰੀ ਗੱਲਾਂ। ਤਾਂ ਹੁਣ ਤੁਹਾਡੀ ਆਪਣੀ ਸਟੱਡੀ ਕਹਿ ਰਹੀ ਹੈ ਕਿ ਦੋਨਾਂ ਵਿੱਚ ਕੋਈ ਫਰਕ ਨਹੀਂ ਹੈਗਾ। ਹਾਊ ਡੂ ਯੂ ਆਨਸਰ ਦੈਟ? ਉਹ ਕਹਿੰਦੇ ਆ ਥੋੜੀ ਦੇਰ 2 ਮਿੰਟਸ ਉਹਨਾਂ ਨੇ ਸੋਚਿਆ, ਫਿਰ ਮੈਨੂੰ ਕਹਿੰਦੇ ਆ ਦੇਵਿੰਦਰ ਐਕਚੁਅਲੀ ਵੀ ਵਰ ਟ੍ਰਾਈਂਗ ਟੂ ਹੈਲਪ ਦੀ ਟਰੈਕਟਰ ਇੰਡਸਟਰੀ, ਲੇਕਿਨ ਕਿਸ ਦਿਨ ਤੁਹਾਡੀ ਇੱਕ ਫਲਾਈਟ ਕੈਂਸਲ ਹੋ ਜਾਏ ਔਰ ਤੁਹਾਨੂੰ ਉੱਥੇ ਕਿਤੇ ਸਪੌਟ ਤੇ ਦੂਜੀ ਟਿਕਟ ਖਰੀਦਣੀ ਪੈ ਜਾਏ, ਤੁਹਾਨੂੰ 25,000 ਵੀ ਦੇਣਾ ਪਏਗਾ, ਤੁਸੀਂ ਦੇ ਦਿੰਦੇ ਹੋ। ਕਦੇ ਨਹੀਂ ਕੋਈ ਕਹਿੰਦਾ ਕਿ ਇਹ ਇਨਫਲੇਸ਼ਨ ਹੈ, ਲੇਕਿਨ ਟਮਾਟਰ ਦਾ ਭਾਅ ਅਗਰ 20 ਰੁਪਏ ਤੋਂ 40 ਰੁਪਏ ਹੋ ਜਾਂਦਾ ਤਾਂ ਉਹ ਇਨਫਲੇਸ਼ਨ ਹੋ ਜਾਂਦੀ ਹੈ। ਜੇ ਅੱਜ ਸਰਕਾਰ ਕਹੇ ਕਿ 1 ਸਾਲ ਦੇ ਦਿਓ ਔਰ ਕੁਝ ਤਬਦੀਲੀਆਂ ਵਿੱਚ ਸਾਡੀ ਸਹਾਇਤਾ ਕਰ ਲਓ, ਕੀ ਇਹ ਮੰਗਣਾ ਜ਼ਿਆਦਾ ਹੈ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੇਰਾ ਇਹ ਕਹਿਣਾ ਦੇਖੋ ਨਾ ਜੀ, ਤੁਸੀਂ ਅਗਰ 7,000 ਕਦਮ ਇੰਡਸਟਰੀ ਵਾਸਤੇ ਲੈਂਦੇ ਹੋ, ਤੁਸੀਂ ਇੱਥੇ 2,000 ਹੀ ਲੈ ਲਓ, 2,000 ਕਦਮ ਲੈ ਲਓ, ਤੁਸੀਂ ਦੇਖੋਗੇ ਪੰਜਾਬ ਦਾ ਐਗਰੀਕਲਚਰ ਵਿਲ ਬੀ ਔਨ ਅ ਡਿਫਰੈਂਟ ਟ੍ਰੈਜੈਕਟਰੀ। ਸਮਥਿੰਗ ਫॉर द ਗਵਰਨਮੈਂਟ ਟੂ ਅੰਡਰਸਟੈਂਡ ਕਿ ਬਈ ਕਿਸਾਨ ਜਿਹੜਾ 1 ਸਾਲ ਤੁਸੀਂ ਦੇਣ ਨੂੰ ਤਿਆਰ ਹੋ, ਉਹ ਲੈਣ ਨੂੰ ਵੀ ਸ਼ਾਇਦ ਤਿਆਰ ਹੋ ਜਾਏਗਾ ਜੇ ਤੁਸੀਂ ਉਹਨੂੰ ਉਹਦੇ ਨਾਲ ਖੜੇ ਹੋ ਜਾਓਗੇ। ਪਹਿਲੀ ਗੱਲ ਤਾਂ ਇਹ ਹੈ ਨਾਲ ਖੜੇ ਹੋਣ ਦਾ ਮਤਲਬ ਹੈਗਾ ਕਿ ਵੀ ਉਹਨਾਂ ਨੂੰ ਕੌਨਫੀਡੈਂਸ, ਇੱਕ ਉਹਨਾਂ ਦੇ ਵਿੱਚ ਇੱਕ ਫੀਲਿੰਗ ਆ ਜਾਏ ਕਿ ਇਹ ਸਰਕਾਰ ਸਾਡੇ ਵਾਸਤੇ ਹੈਗੀ ਹੈ। ਐਫੀਸ਼ੀਐਂਟ ਵੇ ਕੀ ਹੈ ਕਿ ਤੁਸੀਂ ਢੋਲ ਲਗਾਓ, ਢੋਲ ਦੇ ਨਾਲ ਨੋਜ਼ਲ ਹੋਣਗੇ, ਉਹ ਪੈਡੀ ਦੀ ਅਲੱਗ ਨੋਜ਼ਲ ਹੈ, ਸ਼ੂਗਰ ਕੇਨ ਦੀ ਅਲੱਗ ਨੋਜ਼ਲ, ਇੱਕ ਹੋਰ ਇੰਡਸਟਰੀ ਸ਼ੁਰੂ ਹੋ ਗਈ। ਮੈਨੂੰ ਆਸ਼ਾ ਨਜ਼ਰ ਆਈ ਸੀ ਕਿ ਜਦੋਂ ਆਪਣਾ ਪ੍ਰੋਟੈਸਟ ਹੋਇਆ ਦਿੱਲੀ 'ਚ, ਯੂ ਨੋ ਐਕਚੁਅਲੀ ਫਾਰਮਰਸ ਜੋ ਡਿਮਾਂਡ ਕਰ ਰਹੇ ਸੀਗੇ ਦੈਟ ਵਾਸ ਗੋਇੰਗ ਬਿਯੋਂਡ ਜੋ ਅਸੀਂ ਨਾਰਮਲੀ ਸੋਚਦੇ ਹਾਂ ਕਿ ਬਈ ਇਹਨਾਂ ਨੂੰ ਇੱਕ ਇੱਧਰ ਸਬਸਿਡੀ ਮਿਲੇ ਜਾਂ ਇੱਧਰ ਐਮਐਸਪੀ ਮਿਲੇ। ਇੱਕ ਬੜੀ ਪੁਰਾਣੀ ਪੁਜਾਰਤ ਹੈ, ਅੰਡਾ ਪਹਿਲੇ ਆਇਆ ਹੈ ਮੁਰਗੀ। ਔਰ ਜਦ ਵੀ ਕੋਈ ਸਮੱਸਿਆ ਦਾ ਅਸਲ ਹੱਲ ਲੱਭਣਾ ਹੋਏ ਤਾਂ ਇਹ ਸਮਝ ਨਹੀਂ ਆਉਂਦੀ ਕਿ ਸਮੱਸਿਆ ਸ਼ੁਰੂ ਕਿਤੇ ਹੁੰਦੀ ਹੈ। ਜੇ ਅਸੀਂ ਅੱਜ ਖੇਤੀ ਦੇ ਮੁੱਦਿਆਂ ਦੀ ਗੱਲ ਕਰੀਏ, ਅਸੀਂ ਉੱਥੇ ਆ ਕੇ ਖੜੇ ਹੋ ਜਾਂਦੇ ਹਾਂ ਕਿ ਮੁਸੀਬਤ ਔਰ ਜੋ ਦਿੱਕਤਾਂ ਅੱਜ ਕਿਸਾਨ ਜੋ ਫੇਸ ਕਰ ਰਹੇ ਉਹ ਸ਼ੁਰੂ ਕਿੱਥੇ ਹੋਈਆਂ। ਮੇਰੇ ਨਾਲ ਦਵਿੰਦਰ ਸ਼ਰਮਾ ਜੀ ਨੇ ਜੋ ਹਰਦਮ ਕਿਸਾਨਾਂ ਦੇ ਨਾਲ ਖੜੇ ਰਹਿੰਦੇ ਨੇ, ਉਹਨਾਂ ਦੀ ਹੱਕ ਦੀ ਆਵਾਜ਼ ਬੜੇ ਔਖੇ ਸਮਿਆਂ ਵਿੱਚ ਉਹ ਬਣੇ ਨੇ। ਤੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਉਹਨਾਂ ਦੀਆਂ ਗੱਲਾਂ ਤੋਂ ਅਸੀਂ ਕੋਈ ਇਹੋ ਜਿਹਾ ਅਗਲਾ ਰਸਤਾ ਲੱਭ ਲਈਏ ਜੋ ਸ਼ਾਇਦ ਕਿਸਾਨਾਂ ਨੂੰ ਵੀ ਸੁਣਨਾ ਪਏ। ਸੋ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਕੱਲ੍ਹ ਅਸੀਂ ਵੇਖਿਆ ਫਿਰ ਤੋਂ ਇੱਕ ਦਿਨ ਦਾ ਅੰਦੋਲਨ ਸ਼ੁਰੂ ਹੋਇਆ। ਕਿੱਥੇ ਮਹਿਸੂਸ ਨਹੀਂ ਹੋਇਆ ਕਿ ਅੰਦੋਲਨ ਨੂੰ ਮਿਸਯੂਜ਼ ਕਰਨ ਦੇ ਵੱਲ ਇੱਕ ਰਾਹ ਚੱਲ ਪਿਆ ਹੈਗਾ? ਬਿਕੋਜ਼ ਅੱਜ ਮੈਂ ਪੜ੍ਹ ਰਹੀ ਸੀ ਕਿ ਸ਼ਾਇਦ ਦੁੱਧ ਵਾਲੇ ਕਿਸਾਨ ਵੀ ਹੁਣ ਇੱਕ ਅੰਦੋਲਨ ਸ਼ੁਰੂ ਕਰ ਲੈਣਗੇ। ਦੇਖੋ ਪ੍ਰੋਬਲਮਸ ਅਗਰ ਆਪਾਂ ਦੇਖਣ ਤਾਂ ਪਹਿਲੇ ਬੜਾ ਇੱਕ ਉਹ ਸੋਚ ਨਾਲ ਜਾਂ ਬੜੇ ਪ੍ਰਤੀਬਿੰਬ 'ਚ ਦੇਖਣ ਦੀ ਕੋਸ਼ਿਸ਼ ਕਰੀਏ ਜਿਹੜੇ ਪ੍ਰੋਬਲਮ ਉੱਠ ਕੇ ਆ ਰਹੇ ਹੈਗੇ ਆ। ਤੁਸੀਂ ਇੱਕ ਦਿਨ ਦਾ ਅੰਦੋਲਨ ਦੀ ਗੱਲ ਕੀਤੀ, ਇਹ ਵੀ ਗੱਲ ਸੱਚੀ ਹੈ ਕਿ ਉਹ ਚਾਹੇ ਮੈਂ ਵੀ ਪੜ੍ਹਿਆ ਅਖਬਾਰ 'ਚ ਕਿ ਵੀ ਡੇਅਰੀ ਵਾਲੇ ਵੀ ਸੋਚ ਰਹੇ ਹੈਗੇ ਕਿ ਅਸੀਂ ਵੀ ਪ੍ਰੋਟੈਸਟ ਕਰੀਏ। ਇਹਦਾ ਮਤਲਬ ਇੱਕ ਬੜਾ ਸਾਫ਼ ਹੈ ਜੀ ਕਿ ਓਵਰ ਦੀ ਡਿਕੇਡਸ ਅਸੀਂ ਐਗਰੀਕਲਚਰ ਨੂੰ ਇੰਨਾ ਡੈਲੀਬਰੇਟਲੀ ਇੰਪਾਵਰਿਸ਼ ਰੱਖਿਆ ਹੈਗਾ ਕਿ ਉਹ ਕਦ ਤੱਕ ਵਿਚਾਰੇ ਉਹ ਜਿਹੜੇ ਹੈਗੇ ਆ ਯੂ ਥਿੰਕ ਕਿ ਜੋ ਅਸੀਂ ਬੋਲਾਂਗੇ ਉਹ ਕਰਦੇ ਰਹਿਣਗੇ ਜਾਂ ਉਹ ਹਾਂ ਨੇ ਹਾਂ ਮਿਲਾਉਂਦੇ ਰਹਿਣਗੇ। ਆਫਟਰ ਆਲ ਇੱਕ ਜਨਰੇਸ਼ਨ ਸ਼ਾਇਦ ਬਦਲ ਗਈ ਹੋਏਗੀ ਜਾਂ 2 ਜਨਰੇਸ਼ਨ ਬਦਲ ਗਈ ਹੋਣਗੀਆਂ, ਤਾਂ ਦੇ ਆਲਸੋ ਫੀਲ ਲਾਈਕ ਰਿਐਕਟਿੰਗ ਐਂਡ ਨਾਓ ਕਮਿੰਗ ਔਨ ਟੂ ਦੀ ਸਟ੍ਰੀਟਸ। ਮੇ ਬੀ ਜਿਹੜਾ ਪ੍ਰੋਟੈਸਟ ਹੋਇਆ 1 ਸਾਲ ਦਾ, ਉਹਦੇ ਨਾਲ ਸਭ ਦੀ ਹੁਣ ਹਿੰਮਤ ਬਣ ਗਈ ਹੈਗੀ ਹੈ। ਸੋ ਕੋਈ ਵੀ ਗੱਲ ਹੋਏ ਦੇ ਨਾਓ ਫੀਲ ਕਿ ਵੀ ਦੇ ਹੈਵ ਦੀ ਮੋਰਲ ਅਥਾਰਟੀ, ਤਾਕਤ ਆ ਗਈ ਹੈ ਜੋ ਤੁਸੀਂ ਕਹਿ ਰਹੇ ਹੋਗੇ। ਔਰ ਮੈਂ ਮੰਨਦੀ ਹਾਂ ਬਹੁਤ ਬੇਵਿਸ਼ਵਾਸੀ ਹੋਏਗੀ ਬਿਕੋਜ਼ ਸਿਸਟਮ ਨੇ ਹਮੇਸ਼ਾ ਕਮਜ਼ੋਰ ਕੀਤਾ ਹੈ। ਪਰ ਜਿਹੜਾ ਮੁੱਦਾ ਅੱਜ ਸਭ ਤੋਂ ਵੱਧ ਸਾਨੂੰ ਅੱਜ ਦੇ ਅਸੀਂ ਅਖਬਾਰਾਂ ਪੜ੍ਹੀਏ ਕਿ ਜਿਸ ਤਰ੍ਹਾਂ ਵਾਤਾਵਰਨ ਬਦਲ ਰਿਹਾ ਹੈ, ਸਾਨੂੰ ਜੇ ਆਪਣੀ ਇੱਕ ਪਾਣੀ ਦੀ ਬੋਤਲ ਤੋਂ ਲੈ ਕੇ ਇੱਕ
ਖੇਤ ਨੂੰ ਸਾੜਨ ਦੀ ਪ੍ਰਥਾ, ਜੇ ਉਸ ਦੇ ਬਾਰੇ ਅਸੀਂ ਨਹੀਂ ਸੋਚਿਆ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਦਿੱਕਤਾਂ ਆਉਣਗੀਆਂ। ਅਸੀਂ ਪੰਜਾਬ ਬਾਰੇ ਆਲਰੇਡੀ ਦੇਖ ਰਹੇ ਹਾਂ ਕਿ ਪਾਣੀ ਦੇ ਪੱਧਰ ਕਿੰਨਾ ਨੀਵੇਂ ਜਾ ਚੁੱਕਾ ਹੈ। ਜੇ ਅੱਜ ਸਰਕਾਰ ਕਹੇ ਕਿ 1 ਸਾਲ ਦੇ ਦਿਓ ਔਰ ਕੁਝ ਤਬਦੀਲੀਆਂ ਵਿੱਚ ਸਾਡੀ ਸਹਾਇਤਾ ਕਰ ਲਓ, ਕੀ ਇਹ ਮੰਗਣਾ ਜ਼ਿਆਦਾ ਹੈ? ਦੇਖੋ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਔਰ ਅਗਰ ਤੁਸੀਂ ਆਮ ਨਾਗਰਿਕ ਨੂੰ ਗੱਲ ਕਰੋ ਤਾਂ ਉਹ ਸੋਚਦੇ ਆ ਕਿ ਵੀ ਆਫਟਰ ਆਲ ਕਿਸਾਨ ਬੜਾ ਐਕਸਪਲੋਇਟ ਕਰ ਰਿਹਾ ਹੈਗਾ, এনवायरमेंट ਦੀ ਗੱਲ ਆਉਂਦੀ ਹੈਗੀ, ਸਪੈਸ਼ਲੀ ਵਾਟਰ ਦੀ ਗੱਲ ਆਪਾਂ ਕਰਦੇ। ਔਰ ਮੇਰੇ ਖਿਆਲ ਕਿਸਾਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈਗਾ ਕਿ ਬਈ ਦੇ ਆਲਸੋ ਹੈਵ ਅ ਰੋਲ ਟੂ ਪਲੇ। ਆਈ ਥਿੰਕ ਇਟ ਕਾਂਟ ਬੀ ਕਿ ਵੀ ਸੋਚੋ ਕਿ ਬਈ ਜੋ ਕਿਸਾਨ ਕਹਿੰਦਾ ਹਰ ਟਾਈਮ ਤੇ ਉਹ ਬਿਲਕੁਲ ਠੀਕ ਹੈ। ਐਂਡ ਆਈ ਥਿੰਕ ਮੈਨੂੰ ਲੱਗਦਾ ਕਿਤੇ ਨਾ ਕਿਤੇ ਲੀਡਰਸ਼ਿਪ ਜਿਹੜੀ ਹੈਗੀ ਕਿਸਾਨਾਂ ਦੀ, ਉਹਨੂੰ ਵੀ ਆਪਣਾ ਇੱਕ ਨया ਇੱਕ ਰਿਸਪੌਂਸਿਬਿਲਿਟੀ ਲੈਣੀ ਪਏਗੀ। ਰਿਸਪੌਂਸਿਬਿਲਿਟੀ ਮਤਲਬ ਇਨ ਦੀ ਸੈਂਸ ਕਿ ਵੀ ਇੱਕ ਐਜੂਕੇਟ ਕਰਨਾ ਵੀ ਕੰਮ ਉਹਨਾਂ ਦਾ ਹੋਣਾ ਚਾਹੀਦਾ। ਐਂਡ ਆਈ ਥਿੰਕ ਦੇ ਸ਼ੁੱਡ ਟੇਕ ਇਟ ਔਨ ਦੈਮਸੈਲਵ ਕਿ ਇਹ ਸਾਡਾ ਵੀ ਕੰਮ ਹੈਗਾ। ਮਤਲਬ ਕਹਿੰਦਾ ਸਭ ਪਾਣੀ ਦਾ ਇਸ਼ੂ ਦੇਖ ਲਓ, ਹੁਣ ਇਹ ਸਭ ਜਾਣਦੇ ਹੈਗੇ ਕਿ ਬਈ ਇੰਨੀ ਤਰੀਕ ਤੱਕ ਅਸੀਂ ਕਰਾਂਗੇ ਜਾਂ ਉਹਦੇ ਬਾਅਦ ਇੰਨੀ ਤਰੀਕ ਨੂੰ ਕਰਾਂਗੇ ਤਾਂ ਪਾਣੀ ਦਾ ਇੰਨਾ ਦੋਹਨ ਹੁੰਦਾ ਹੈਗਾ। ਔਰ ਜਿਹੜਾ ਪਾਣੀ ਦਾ ਇਸ਼ੂ ਹੈ ਉਹ ਇੰਨਾ ਮਤਲਬ ਸਭ ਨਾਲ ਜੁੜਿਆ ਹੋਇਆ ਹੈਗਾ। ਆਈ ਥਿੰਕ ਸਮਵੇਅਰ ਫਾਰਮਰਸ ਨੀਡ ਟੂ ਬੀ ਕੰਪਰੋਮਾਈਜ਼ਿੰਗ ਇਨ ਦੈਟ ਸੈਂਸ ਕਿ ਬਈ ਅਸੀਂ ਵੀ ਇਹਦੇ ਵਾਸਤੇ ਕੁਝ ਆਪਣਾ ਸੈਕਰੀਫਾਈਸ ਕਰ ਸਕਦੇ ਹੈਗੇ। ਮੈਂ ਨਹੀਂ ਕਹਿ ਰਿਹਾ ਸੈਕਰੀਫਾਈਸ ਕਰਨਾ ਪਏਗਾ, ਮੈਂ ਕਹਿ ਰਿਹਾ ਕਿ ਇੰਨਾ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਕਿ ਵੀ ਅਸੀਂ ਵੀ ਇਹਨੂੰ ਕਰੀਏ। ਲੇਕਿਨ ਇੱਕ ਗੱਲ ਹੋਰ ਵੀ ਹੈ ਨਾਲ ਇੱਕ ਨਿਮਰਤ ਜੀ, ਕਿ ਦੇਖੋ we have perhaps not understood or little understood ਕਿ ਬੜੀ ਨੀਤੀਆਂ ਜਿਹੜੀ ਹੈਗੀਆਂ ਜਾਂ ਬੜੇ ਜਿਹੜੇ ਤੁਸੀਂ ਦੇਖਦੇ ਹੋ ਨਾ ਬਦਲਾਅ ਆ ਰਹੇ ਹੈਗੇ ਐਗਰੀਕਲਚਰ ਦੇ, ਉਹਦੇ ਪਿੱਛੇ ਕੀ ਮਨਸ਼ਾ ਹੁੰਦੀ ਹੈਗੀ ਐਂਡ ਫਾਰਮਰਸ ਨੇ ਕਿਸ ਤਰ੍ਹਾਂ ਉਹਨੂੰ ਉਸ ਕੌਨਸੀਕੁਐਂਸਿਸ ਨੂੰ ਡੀਲ ਕੀਤਾ ਹੈਗਾ ਜਾਂ ਸਫਰ ਕੀਤਾ ਹੈਗਾ, ਉਹ ਸਭ ਵੀ ਮੈਂ ਤੁਹਾਨੂੰ ਛੋਟਾ ਉਦਾਹਰਨ ਦੇਣਾ। ਇੱਕ ਜਦ ਮੈਂ ਜਰਨਲਿਜ਼ਮ 'ਚ ਹੁੰਦਾ ਸੀਗਾ ਨਾ, ਆਮ ਟਾਕਿੰਗ ਅਬਾਊਟ 35 years back or something like that, ਉਸ ਟਾਈਮ ਮੈਨੂੰ ਯਾਦ ਹੈ ਕਿ ਜਦ ਅਸੀਂ ਫੋਟੋ ਛਾਪਦੇ ਸੀਗੇ ਕਿ ਬਈ ਪੈਡੀ ਦੀ ਟਰਾਂਸਪਲਾਂਟਿੰਗ ਹੋ ਰਹੀ ਹੈ, ਇਟ ਵਿਲ ਗੋ ਔਨ ਦੀ ਫਰੰਟ ਪੇਜ ਐਂਡ ਫੋਟੋ ਵਿਲ, ਉਹਦਾ ਮਤਲਬ ਆ ਜਾਂਦਾ ਸੀਗਾ ਕਿ ਬਈ ਪੰਜਾਬ ਵਿੱਚ ਹੁਣ ਪੈਡੀ ਸ਼ੁਰੂਆਤ ਹੋ ਰਹੀ ਹੈ ਨਾ ਜੀ, ਪੈਡੀ ਸੀਜ਼ਨ ਦਾ ਸ਼ੁਰੂਆਤ ਹੋ ਗਈ ਹੈ। ਮੈਂ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਵਿੱਚ ਐਜ਼ ਅ ਵਿਜ਼ਿਟਿੰਗ ਐਡੀਟਰ ਜਦ ਮੈਂ ਗਿਆ ਤਾਂ ਉੱਥੇ ਇੱਕ ਸਟੱਡੀ ਆਉਂਦੀ ਹੈ। ਉਹ ਸਟੱਡੀ ਕਹਿੰਦੀ ਹੈ ਕਿ ਦੇਰ ਇਜ਼ ਨੋ ਡਿਫਰੈਂਸ ਇਨ ਦੀ ਪ੍ਰੋਡਕਟਿਵਿਟੀ ਆਫ ਰਾਈਸ ਇਫ ਯੂ ਬ੍ਰੌਡਕਾਸਟ ਔਰ ਇਫ ਯੂ ਟਰਾਂਸਪਲਾਂਟ। ਜਦ ਸਾਨੂੰ ਇੱਥੇ ਟਰਾਂਸਪਲਾਂਟਿੰਗ ਆਈ ਸੀਗੀ ਹਿੰਦੁਸਤਾਨ 'ਚ ਜਾਂ ਪੰਜਾਬ ਵਿੱਚ, ਤਾਂ ਇਹ ਕਿਹਾ ਗਿਆ ਸੀਗਾ ਕਿ ਇਹ ਬੜੀ ਇਫੈਕਟਿਵ ਹੈਗੀ ਹੈ, ਐਫੀਸ਼ੀਐਂਸੀ बढ़ेगी, ਪ੍ਰੋਡਕਟਿਵਿਟੀ बढ़ेगी। ਫਿਰ ਇੱਕ ਮਤਲਬ ਬੀਜਣ ਦੇ ਤਰੀਕੇ 'ਚ ਕੋਈ ਫਰਕ ਨਹੀਂ ਹੈ, ਕੋਈ ਨਾਲ ਮਤਲਬ 20 ਸਾਲ ਬਾਅਦ ਇੱਕ ਸਟੱਡੀ ਆਉਂਦੀ ਹੈ ਜਿਹੜੀ ਕਹਿੰਦੀ ਹੈ ਕਿ ਤੁਸੀਂ ਅਗਰ ਛਿੱਟਾ ਮਾਰਦੇ ਹੁੰਦੇ, ਪਹਿਲੇ ਛਿੱਟਾ ਮਾਰਦੇ ਸੀ ਨਾ, ਹਾਂਜੀ, ਛਿੱਟਾ ਮਾਰਦੇ ਔਰ ਜਾਂ ਤੁਸੀਂ ਟਰਾਂਸਪਲਾਂਟਿੰਗ ਕਰੋ, ਇਹਨਾਂ ਦੋਨਾਂ ਵਿੱਚ ਕੋਈ ਫਰਕ ਨਹੀਂ ਹੈ। ਮੇਰੇ ਇੱਕ ਸਭ ਤੋਂ ਜਿਹੜੇ ਟੌਪ ਮੋਸਟ ਸਾਇੰਟਿਸਟ ਹੈਗੇ ਹੈ, ਹਾਂਜੀ, ਰਾਈਸ ਦੇ ਦੁਨੀਆ ਦੇ, ਮੈਂ ਉਹਨਾਂ ਨੂੰ ਉੱਥੇ, ਕਿਉਂਕਿ ਮੈਂ ਈਰੀ ਵਿੱਚ ਸੀਗਾ ਤਾਂ ਮੈਂ ਉਹਨਾਂ ਨਾਲ ਬੈਠਾ ਸੀਗਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਗੱਲ ਸੁਣੋ, ਸਾਨੂੰ ਤੁਸੀਂ ਦੱਸਿਆ ਪਹਿਲੇ ਕਿ ਵੀ ਤੁਸੀਂ ਟਰਾਂਸਪਲਾਂਟਿੰਗ ਕਰੋਗੇ ਤਾਂ ਉਹਦੇ ਨਾਲ ਤੁਹਾਡੀ ਪ੍ਰੋਡਕਟਿਵਿਟੀ बढ़ेगी, ਐਫੀਸ਼ੀਐਂਸੀ बढ़ेगी, ਉਹ ਸਾਰੀ ਗੱਲਾਂ, ਤਾਂ ਹੁਣ ਤੁਹਾਡੀ ਆਪਣੀ ਸਟੱਡੀ ਕਹਿ ਰਹੀ ਹੈ ਕਿ ਦੋਨਾਂ ਵਿੱਚ ਕੋਈ ਫਰਕ ਨਹੀਂ ਹੈਗਾ। ਹਾਊ ਡੂ ਯੂ ਆਨਸਰ ਦੈਟ? ਉਹ ਕਹਿੰਦੇ ਆ, ਥੋੜ੍ਹੀ ਦੇਰ 2 ਮਿੰਟਸ ਉਹਨਾਂ ਨੇ ਸੋਚਿਆ, ਫਿਰ ਮੈਨੂੰ ਕਹਿੰਦੇ ਆ, ਦੇਵਿੰਦਰ ਐਕਚੁਅਲੀ ਵੀ ਵਰ ਟਰਾਈਂਗ ਟੂ ਹੈਲਪ ਦੀ ਟਰੈਕਟਰ ਇੰਡਸਟਰੀ। ਹੁਣ ਤੁਸੀਂ ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸਾਰਾ ਕੁਝ ਬਦਲਤਾ ਕਿਸਾਨ ਵਾਸਤੇ, ਨਾਟ ਰਿਅਲਾਈਜ਼ਿੰਗ ਕਿ ਤੁਸੀਂ ਟਰੈਕਟਰ ਇੰਡਸਟਰੀ ਨੂੰ ਹੈਲਪ ਕਰਨੀ ਹੈਗੀ, ਉਹਦੇ ਵਿੱਚ ਕਿੰਨਾ ਉਹਦੇ ਜਿਹੜੇ ਇੰਪੈਕਟਸ ਹੋਣਗੇ, ਕੀ ਹੋਣਗੇ। ਟਰੈਕਟਰ ਇੰਡਸਟਰੀ ਨੂੰ ਇਸ ਕਰਕੇ ਕਰਨਾ ਸੀਗਾ ਕਿ 97% ਆਫ ਰਾਈਸ ਇਜ਼ ਗਰੋਨ ਇਨ ਏਸ਼ੀਆ। ਟਰੈਕਟਰ ਆ ਚੁੱਕਾ ਹੈ, ਟਰੈਕਟਰ ਨੇ ਅਗਰ ਰਾਈਸ ਵਿੱਚ ਮਾਰਕੀਟਿੰਗ ਉਹਨਾਂ ਦੀ ਕਰਨੀ ਹੈਗੀ ਹੈ, ਜਿਹੜੀ ਕੰਪਨੀਜ਼ ਨੇ ਟਰੈਕਟਰ ਵੇਚਣੇ ਹੈਗੇ, ਤਾਂ ਉਹ ਰਾਈਸ ਵਿੱਚ ਆਬਵੀਅਸਲੀ 97% ਰਾਈਸ ਹੋ ਰਿਹਾ, ਤਾਂ ਟਰੈਕਟਰ ਰਾਈਸ ਫੀਲਡ ਵਿੱਚ ਜਾਏਗਾ। ਰਾਈਸ ਫੀਲਡ ਵਿੱਚ ਉਹ ਐਂਟਰ ਨਹੀਂ ਕਰ ਸਕਦਾ ਕਿਉਂਕਿ ਉਹ ਟਰੈਂਪਲਿੰਗ ਹੋ ਜਾਏਗੀ ਸੀਡਸ ਦੀ, ਕਿਉਂਕਿ ਉਹ ਬਿਖਰੇ ਹੋਏ ਦਾਣੇ, ਉਹਨੂੰ ਕਰਨ ਵਾਸਤੇ ਤੁਸੀਂ ਲਾਈਨ ਵਿੱਚ ਲਗਾ ਦਿੱਤਾ। ਇਹ ਇੱਥੇ ਗੱਲ ਖਤਮ ਨਹੀਂ ਹੁੰਦੀ ਹੈ, ਇੱਕ ਹੋਰ ਸਟੱਡੀ ਆਉਂਦੀ ਹੈ ਉਹਨਾਂ ਦੀ। ਜਦ ਮੈਂ ਸਟੂਡੈਂਟ ਸੀਗਾ, ਉਹਦੇ ਵਿੱਚ ਕੀ ਸੀਗਾ ਕਿ ਵੀ ਸਾਨੂੰ ਪੜ੍ਹਾਇਆ ਗਿਆ ਕਿ ਪੈਸਟੀਸਾਈਡ ਜਦ ਤੁਸੀਂ ਖੇਤ ਵਿੱਚ ਦਿੰਦੇ ਹੋ ਨਾ, ਤਾਂ ਜਿਹੜਾ ਪਾਣੀ ਦਾ ਸੋਰਸ ਹੈ ਖੇਤ ਵਿੱਚ ਆਉਂਦਾ, ਉਹਦੇ ਵਿੱਚ ਰੱਖ ਦਿਓ ਤਾਂ ਪੈਸਟੀਸਾਈਡ ਡਿਸਟਰੀਬਿਊਟ ਹੋ ਜਾਏਗਾ, ਪਾਣੀ ਦੇ ਨਾਲ ਚਲਾ ਜਾਏਗਾ। ਫਿਰ ਮੈਨੂੰ ਯਾਦ ਹੈ ਕਿ ਸਾਨੂੰ ਦੱਸਿਆ ਗਿਆ ਕਿ ਨਹੀਂ, ਇਹ ਇਨਐਫੀਸ਼ੀਐਂਟ ਵੇ ਹੈ। ਐਫੀਸ਼ੀਐਂਟ ਵੇ ਕੀ ਹੈ ਕਿ ਤੁਸੀਂ ਢੋਲ ਲਗਾਓ, ਢੋਲ ਦੇ ਨਾਲ ਨੋਜ਼ਲ ਹੋਣਗੇ, ਉਹ ਪੈਡੀ ਦੀ ਅਲੱਗ ਨੋਜ਼ਲ ਹੈ, ਸ਼ੂਗਰ ਕੇਨ ਦੀ ਅਲੱਗ ਨੋਜ਼ਲ, ਇੱਕ ਹੋਰ ਇੰਡਸਟਰੀ ਸ਼ੁਰੂ ਹੋ ਗਈ। ਇੰਟਰਸਟਿੰਗਲੀ ਈਰੀ ਦੀ ਇੱਕ ਸਟੱਡੀ ਇਹ ਵੀ ਆਉਂਦੀ ਹੈ, ਉਹ ਕਹਿੰਦੀ ਹੈ ਕਿ ਜੇ ਤੁਸੀਂ ਥੱਲੇ ਆਪਣੇ ਢੋਲ ਦੇ ਨਾਲ ਜਾਂ ਫਿਰ ਤੁਸੀਂ ਜਿਹੜਾ ਪਾਣੀ ਵਿੱਚ ਰੱਖਦੇ ਸੀਗੇ ਖੇਤ ਵਿੱਚ, ਉਹ ਜਿਹੜਾ ਪਾਣੀ ਦੀ ਸੋਰਸ 'ਤੇ, ਦੋਨਾਂ 'ਚ ਕੋਈ ਫਰਕ ਨਹੀਂ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿ ਅਸੀਂ ਇੱਕ ਇੰਡਸਟਰੀ ਜਿਹੜੀ ਹੈਗੀ ਹੈ ਉਹ ਖੜੀ ਕਰਨ ਵਾਸਤੇ ਆਪਣੀ ਪੱਧਤੀ ਬਦਲਤੀ ਹੈਗੀ ਹੈ। ਇਹ ਜਿਹੜੇ ਕਿਸਾਨ ਭੁਗਤ ਰਹੇ ਹੈ ਨਾ, ਇਹ ਸਾਰੀ ਚੀਜ਼ਾਂ ਭੁਗਤਦੇ ਆਏ, ਜੋ ਇਹਨਾਂ ਨੂੰ ਦੱਸਿਆ ਗਿਆ ਵਿਚਾਰੇ ਕਰਦੇ ਆਏ। ਸੋ ਬੇਸਿਕਲੀ ਗੱਲ ਤੇ ਉੱਥੇ ਆ ਗਈ ਨਾ ਕਿ ਜਿਹੜੀ ਅਸੀਂ ਕਹਿੰਦੇ ਕਿਸਾਨ ਦੀ ਆਵਾਜ਼ ਨਹੀਂ, ਬਿਕੋਜ਼ ਉਹ ਬਹੁਤ मतलब छोटा है या इन्ने विखरे हुए ने नहीं ज़्यादा है, कोई उन्होंने आज तक अपनी कॉकस नहीं बनाया, कोई उन्होंने आवाज़ नहीं है, कोई उन्होंने इकट्ठा नहीं है। और जरा इकट्ठा बनाने की कोशिश भी की किसान आंदोलन वो सियासत ने खा लिया।
ਚਾਹੇ ਉਹਨਾਂ ਨੇ ਕਿਸੇ ਨੂੰ ਬਦਨਾਮ ਕਰਤਾ, ਚਾਹੇ ਉਹਨਾਂ ਨੇ ਉਹਨਾਂ ਨੂੰ ਖਰੀਦ ਲਿਆ, ਜੋ ਵੀ ਹੋਇਆ ਸਿਆਸਤ ਨੇ ਉਹ ਵੀ ਖਤਮ ਕਰਤਾ। ਸੋ ਇਹ ਸਾਰੀ ਪ੍ਰੋਬਲਮ ਇੱਥੇ ਆਉਂਦੀ ਕਿ ਇੰਡਸਟਰੀ ਦੀ ਆਵਾਜ਼ ਹੈ, ਕਿਸਾਨ ਦੀ ਆਵਾਜ਼ ਨਹੀਂ ਹੈ। ਇੰਡਸਟਰੀ ਜੇ ਹਲਕਾ ਜਿਹਾ ਵੀ ਨੁਕਸਾਨ ਉਹਨੂੰ ਹੁੰਦਾ ਹੈ, ਅਸੀਂ ਚਿਪਸ ਦੀ ਪ੍ਰਾਈਸ ਵੀ ਵੱਧ ਜਾਏਗੀ, ਸਭ ਕੁਝ ਮਹਿੰਗਾ ਮਿਲ ਰਿਹਾ ਹੈਗਾ ਕਿ ਬਿਕੋਜ਼ ਇੰਡਸਟਰੀ ਦਾ ਪੈਟਰੋਲ ਨੂੰ ਖਰਚਾ ਪੈ ਰਿਹਾ ਬਟ ਅਸੀਂ ਕਿਸਾਨ ਨੂੰ ਨਹੀਂ ਵਾਧੂ ਦੇਣਾ ਤਿਆਰ। ਕਣਕ ਵੀ ਵਾਧੂ ਦੇ, ਜੇ ਉਹ ਥੋੜ੍ਹਾ ਜਿਹਾ ਮੁਨਾਫਾ ਯੂਕਰੇਨ ਤੋਂ ਕਮਾਉਣ ਦੀ ਕੋਸ਼ਿਸ਼ ਕਰ ਰਹੇ, ਅਸੀਂ ਕਹਿੰਦੇ ਨਹੀਂ ਤੂੰ ਜੰਗ ਤੋਂ ਮੁਨਾਫਾ ਨਹੀਂ ਕਮਾ ਸਕਦਾ, ਬਾਕੀ ਤਾਂ ਕਮਾ ਰਹੇ। ਅਸੀਂ ਗੈਸ ਲਈ ਤਾਂ ਵਾਧੂ ਪੇ ਕਰ ਰਹੇ ਹਾਂ, ਪਰ ਅਸੀਂ ਆਪਣੀ ਕਣਕ ਲਈ ਵਾਧੂ ਉਹਨੂੰ ਮੁਨਾਫਾ ਨਹੀਂ ਲੈਣ ਦੇ ਰਹੇ। ਅਨੀ ਉਹਨੂੰ ਕੰਟਰੋਲ ਕੀਤਾ ਹੋਇਆ, ਫਿਰ ਉਹਨੂੰ ਕਹਿੰਦੇ ਆ ਤੂੰ ਸਬਸਿਡੀ ਲੈਂਦਾ ਹੈਗਾ, ਤੂੰ ਬਹੁਤ ਸਾਡੇ ਤੇ ਬੋਝ ਹੈਗਾ। ਦੇਖੋ ਇਹ ਵੀ ਮਾਨਸਿਕਤਾ ਦਾ ਜਿਹੜਾ ਜੋ ਅਸੀਂ ਗੱਲ ਅਗਰ ਦੇਖੀਏ ਕਿ ਕਿਸ ਤਰ੍ਹਾਂ ਮਾਨਸਿਕਤਾ ਸਾਡੀ ਬਣਾਈ ਗਈ ਹੈਗੀ ਹੈ। ਵੀ ਆਲ ਬਿਲੀਵ ਕਿ ਫਾਰਮਰ ਜਿਹੜਾ ਹੈਗਾ ਹੀ ਇਜ਼ ਅ ਬਰਡਨ ਔਨ ਦੀ ਸੋਸਾਇਟੀ। ਪਹਿਲੀ ਗੱਲ ਤਾਂ ਇਹ ਸਾਨੂੰ ਸਮਝ ਨਹੀਂ ਹੈਗੀ ਹੈ। ਔਰ ਇਹ ਤੁਸੀਂ ਅੱਜ ਦੀ ਗੱਲ ਨਹੀਂ ਕਰ ਰਹੇ, ਕਈ ਦਸ਼ਕਾਂ ਤੋਂ ਮੈਂ ਦੇਖਦਾ ਆ ਰਿਹਾ ਕਿ ਵੀ ਇਹ ਸੋਚਿਆ ਜਾਂਦਾ ਕਿ ਕਿਸਾਨ ਜਾਂ ਤੁਸੀਂ ਇਕਨੋਮਿਕ, ਤੁਸੀਂ ਅੱਜ ਵੀ ਅਗਰ ਤੁਸੀਂ ਕਿਤੇ ਡਿਸਕਸ਼ਨ ਹੋਏ ਤਾਂ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਵੀ ਜਿੰਨਾ ਕਾਰਪੋਰੇਟ ਤੋਂ ਆਏਗਾ ਟੈਕਸ ਆਣਗੇ ਉਹ ਫਿਰ ਅਸੀਂ ਐਗਰੀਕਲਚਰ ਵਿੱਚ ਲਗਾਵਾਂਗੇ, ਮਤਲਬ ਤੁਸੀਂ ਮਿਹਰਬਾਨੀ ਤੇ ਜੀ ਰਹੇ ਹੋ। ਦੈਟ ਇਜ਼ ਦ ਕਾਈਂਡ ਆਫ ਇੰਪ੍ਰੈਸ਼ਨ ਜਿਹੜਾ ਦਿੱਤਾ ਗਿਆ, ਵਿਚ ਵਾਸ ਫੰਡਾਮੈਂਟਲੀ ਰੋਂਗ ਕਿਉਂਕਿ ਕਿਸਾਨ ਐਕਚੁਅਲੀ ਅੱਜ ਤੋਂ ਨਹੀਂ ਹੋਇਆ, ਸਦੀਆਂ ਤੋਂ ਅਸੀਂ ਦੇਖਦੇ ਆਏ ਹੈਗੇ ਹਾਂ ਐਗਰੀਕਲਚਰ ਨੂੰ ਬਹੁਤ ਬੜਾ ਖਿਤਾਬ ਦਿੱਤਾ ਜਾਂਦਾ ਸੀਗਾ। ਜਿੰਨੇ ਵੀ ਤੁਸੀਂ ਕੋਰਟਸ ਦੇਖ ਲਓ, ਸਟੇਟਮੈਂਟਸ ਦੇਖ ਲਓ, ਹੈ ਨਾ। ਲੇਕਿਨ ਅੱਜ ਜਿਹੜਾ ਇੱਕਦਮ ਡਿਕਲਾਈਨ ਹੋਇਆ ਹੈਗਾ ਉਹ ਇਸ ਕਰਕੇ ਹੋਇਆ ਕਿ ਸਾਡੀ ਜਿਹੜੀ ਇਕਨੋਮਿਕ ਸੋਚ ਹੈ, ਜਿਹਨੂੰ ਅਸੀਂ ਨਿਊ ਲਿਬਰਲ ਇਕਨੋਮਿਕ ਸੋਚ ਵੀ ਕਹਿ ਸਕਦੇ ਹੈਗੇ ਹਾਂ, ਜਿਹੜੇ ਬਾਅਦ 'ਚ ਆਈ ਹੈ, ਲੇਕਿਨ ਉਹ ਤੋਂ ਪਹਿਲੇ ਵੀ ਸ਼ੁਰੂਆਤ ਹੋ ਗਿਆ ਸੀਗਾ ਇਹ ਪ੍ਰੋਸੈਸ ਕਿ ਅਸੀਂ ਸੋਚਿਆ ਕਿ ਐਗਰੀਕਲਚਰ ਨੂੰ ਯੂ ਕੀਪ ਇਟ ਡੈਲੀਬਰੇਟਲੀ ਇੰਪਾਵਰਿਸਡ। ਜਦ ਤੱਕ ਅਸੀਂ ਐਗਰੀਕਲਚਰ ਨੂੰ ਸੈਕਰੀਫਾਈਸ ਨਹੀਂ ਕਰਾਂਗੇ ਤਦ ਤੱਕ ਤੁਹਾਡਾ ਇੰਡਸਟਰੀਅਲ ਗਰੋਥ ਨਹੀਂ ਹੋ ਸਕਦਾ। ਜਦ ਇਹ ਸੋਚ ਆ ਗਈ ਹੈਗੀ ਹੈ ਤਾਂ ਫਿਰ ਦੈਨ ਆਫਟਰ ਆਲ ਫਾਰਮਰਸ ਜਿਹੜੇ ਹੈਗੇ ਜਾਂ ਬ੍ਰੋਡਰ ਐਗਰੀਕਲਚਰ ਸੈਕਟਰ ਵੀ ਜਿਹੜਾ ਹੈਗਾ ਉਹ ਡਿਪੈਂਡੈਂਟ ਤਾਂ ਫਾਰਮਰਸ 'ਤੇ ਹੈਗਾ। ਫਾਰਮਰਸ ਵਿਲ ਸਫਰ, ਇੰਡਸਟਰੀ ਜਿਹੜੀ ਹੈ ਐਗਰੀ ਬਿਜ਼ਨਸ ਦੇ ਗੇਨ। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਇੰਨਾ ਡਿਸਟਰੈਸ ਹੈਗਾ ਐਗਰੀਕਲਚਰ ਵਿੱਚ, ਨਾਟ ਓਨਲੀ ਇਨ ਇੰਡੀਆ, ਗਲੋਬਲੀ। ਹਾਂਜੀ, ਔਰ ਮੈਂ ਉਹਦੇ ਇੰਨਾ ਕਹਿਣਾ ਰਿਹਾ ਹੈਗਾ ਕਿ ਇੰਨਾ ਡਿਸਟਰੈਸ ਹੈਗਾ ਅਮਰੀਕਾ 'ਚ, ਕੈਨੇਡਾ ਵਿੱਚ, ਆਸਟ੍ਰੇਲੀਆ ਵਿੱਚ, ਇੰਡੀਆ ਵਿੱਚ, ਜੋ ਵੀ ਹੈ। ਲੇਕਿਨ ਤੁਸੀਂ ਕਦੇ ਦੇਖਿਆ ਕਿ ਕਦੀ ਐਗਰੀ ਬਿਜ਼ਨਸ ਇੰਡਸਟਰੀ ਵੀ ਡਿਸਟਰੈਸ ਵਿੱਚ ਹੋਏ? ਫਟਾਫਟ ਮਿਲ ਜਾਂਦਾ ਹੈ, ਰਿਬੇਟ ਮਿਲ ਜਾਂਦਾ ਹੈ, ਟੈਕਸ। ਮੈਂ ਉਹੀ ਜਾਣਨਾ ਚਾਹੁੰਦਾ ਕਿਉਂਕਿ ਵਾਟ ਐਵਰ ਦੇ ਆਰ ਜੋ ਇਨਪੁਟ ਸਪਲਾਈ ਕਰਦੇ ਹੈਗੇ, ਜੋ ਵੀ ਕਰਦੇ ਹੈਗੇ, ਆਫਟਰ ਆਲ ਦੇਰ ਮਸਟ ਬੀ ਸਮ ਰੀਜ਼ਨ ਕਿ ਬਈ ਵਾਈ ਦੀ ਐਂਟਾਇਰ ਬਰਡਨ ਹੈਜ਼ ਬੀਨ ਪਾਸਡ ਔਨ, ਵਾਈ ਇਟ ਇਜ਼ ਦੀ ਫਾਰਮਰ ਹੂ ਗੈਟ ਸੈਕਰੀਫਾਈਸਡ ਇਨ ਦੀ ਪ੍ਰੋਸੈਸ। ਇਹ ਸਭ ਜਿਹੜੀ ਬਾਕੀ ਜਿਹੜੀ ਉਸੇ ਸਿਸਟਮ ਦੇ ਹਿੱਸੇ ਹੈਗੇ ਆ, ਦੇ ਆਰ ਦੀ ਗੇਨਰਸ ਇਨ ਦੈਟ ਪ੍ਰੋਸੈਸ। ਤਾਂ ਕੁਛ ਨਾ ਕੁਛ ਤਾਂ ਸਾਨੂੰ ਸੋਚਣਾ ਪਏਗਾ ਨਾ ਕਿ ਆਫਟਰ ਆਲ ਕੀ ਹੋਇਆ ਹੈਗਾ, ਵਾਟ ਹੈਜ਼ ਗੋਨ ਰੋਂਗ। ਇਹ ਜਿਹੜੀ ਮੈਂਟੈਲਿਟੀ, ਜਿਹੜੀ ਮਾਨਸਿਕਤਾ ਹੈ, ਬਦਲਾਂਗੇ ਕਿੱਦਾਂ? ਬਿਕੋਜ਼ ਅਸੀਂ ਗੈਸ ਲਈ, ਪੈਟਰੋਲ ਲਈ ਫਿਰ ਵੀ ਵਾਧੂ ਪੇ ਕਰਨ ਨੂੰ ਤਿਆਰ ਹਾਂ। ਅਸੀਂ ਕਹਿ ਦਿੰਦੇ ਹਾਂ ਜੇ ਸਰਕਾਰ ਨੇ ਕੀਤਾ, ਪਰ ਜੇ ਆਲੂ ਪਿਆਜ਼ ਵੱਧ ਜਾਏ ਸਾਡੀ ਕਿੱਦਾਂ ਜਾਨ ਨਿਕਲਦੀ ਹੈਗੀ ਹੈ, ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਸੋ ਇਹ ਮਾਨਸਿਕਤਾ ਕਿੱਦਾਂ ਬਦਲੀ ਜਾਏਗੀ ਕਿ ਜੇ ਅਸੀਂ ਆਪਣੇ ਉਹਨਾਂ ਦੀ ਮਹਿੰਗਾਈ ਵੱਧ ਰਹੀ ਹੈ ਤਾਂ ਕਿਸਾਨ ਦੀ ਤੇ ਵੀ ਵੱਧ ਰਹੀ ਹੈਗੀ ਹੈ, ਉਹਨੂੰ ਅਸੀਂ ਵਾਧੂ ਦੇਣ ਲਈ ਕਿਉਂ ਤਿਆਰ ਨਹੀਂ ਹੋਵਾਂਗੇ? ਐਂਡ ਕੀ ਵੈਲਿਊ ਹੈ ਇੱਕ ਚਿਪਸ ਦੇ ਪੈਕੇਟ ਦੀ ਔਰ ਇੱਕ ਆਲੂ ਦੀ? ਅਸੀਂ ਉਹਦੇ ਲਈ ਦੇਣ ਲਈ ਤਿਆਰ ਹਾਂ, ਬਟ ਜੇ ਸਪੋਜ਼ਿੰਗ ਗਵਰਨਮੈਂਟ ਆਫ ਇੰਡੀਆ ਨਾ ਬੰਦ ਕਰਦੀ ਅੱਜ ਕਣਕ ਦੀ ਵੇਚ, ਜਿੱਥੇ ਕਿਸਾਨ ਨੂੰ ਮੁਨਾਫਾ ਹੋ ਰਿਹਾ ਹੁੰਦਾ, ਦੇਸ਼ ਫਿਰ ਭੁੱਖਮਰੀ ਵੱਲ ਜਾ ਸਕਦਾ ਸੀਗਾ, ਗ੍ਰੇਨ ਸ਼ਾਰਟੇਜ ਹੋ ਸਕਦੀ ਸੀਗੀ। ਸੋ ਮਤਲਬ ਇੰਨੀ ਜ਼ਰੂਰਤ ਹੈ। ਇਹ ਜੇ ਤੁਹਾਡੀ ਗੱਲ ਹੈ ਬੜੀ ਇੰਪੋਰਟੈਂਟ ਹੈ। ਅਸੀਂ ਸੋਚਦੇ ਹੈਗੇ ਹਾਂ, ਸਾਡੀ ਸੋਚ ਵਿੱਚ ਇਹ ਹੈਗਾ, ਸਾਡੀ ਜਿਹੜੀ ਜੋ ਵੀ ਅਸੀਂ ਕਹਿੰਦੇ ਇੱਕ ਤਰ੍ਹਾਂ ਦਾ ਸਾਡਾ ਬਲੋਕੇਜ ਜਿਹੜੀ ਹੋਈ ਪਈ ਹੈ ਸੋਚ ਦੀ, ਉਹਦੇ ਵਿੱਚ ਇਹੀ ਹੈਗਾ ਕਿ ਵੀ ਕਿਸਾਨ ਨੂੰ ਅਸੀਂ ਉਨਾ ਹੀ ਲੀਵਰੇਜ ਦੇਣਾ ਹੈਗਾ ਕਿ ਜਿਹੜਾ ਸਾਡਾ ਇੱਕ ਬੇਸਿਕਲੀ ਜਿਹੜਾ ਫਾਊਂਡੇਸ਼ਨ ਹੈ, ਇਕਨੋਮਿਕ ਫਾਊਂਡੇਸ਼ਨ ਹੈ, ਉਹ ਇਖਤਿਆਰ ਕਰਦਾ ਰਹੇ, ਉਹਦੇ ਇਲਾਵਾ ਕੁਛ ਨਹੀਂ ਹੈਗਾ। ਔਰ ਮੈਂ ਤੁਹਾਨੂੰ ਸ਼ਾਇਦ ਇੱਕ ਵਾਰੀ ਪਹਿਲੇ ਗੱਲ ਵੀ ਕੀਤੀ ਹੋਏਗੀ ਜਾਂ ਮੈਂ ਬਟ ਆਈ ਥਿੰਕ ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ ਦੈਟ ਇੱਕ ਵਾਰੀ ਨੋਮਨ ਬੋਰਲੌਗ ਨੂੰ ਤੁਸੀਂ ਜਾਣਦੇ ਹੋ। ਨੋਮਨ ਬੋਰਲੌਗ ਅਸੀਂ ਜਾਣਦੇ, ਪੰਜਾਬੀ ਸਭ ਜਾਣਦੇ ਹੈਗੇ, ਬਿਕੋਜ਼ ਗ੍ਰੀਨ ਰੈਵੋਲੂਸ਼ਨ ਔਰ ਨੋਮਨ ਬੋਰਲੌਗ ਦਾ ਨਾਂ ਜੁੜਿਆ ਹੋਇਆ ਹੈਗਾ। ਮੈਨੂੰ ਯਾਦ ਹੈ ਕਿ ਇੱਕ ਵਾਰ ਉਹ ਹਿੰਦੁਸਤਾਨ ਆਏ ਔਰ ਵੀ ਵਰ ਐਟ ਪੰਤ ਨਗਰ। ਇਹ ਮੈਂ ਤੁਹਾਨੂੰ ਇਸ ਕਰਕੇ ਗੱਲ ਦੱਸ ਰਿਹਾ ਕਿਉਂਕਿ ਸੋਚ ਜਿਹੜੀ ਇੰਟਰਨੈਸ਼ਨਲ ਹੈ ਉਹ ਕਿਸ ਤਰ੍ਹਾਂ ਸਭ ਵਿੱਚ ਆਈ ਹੈਗੀ ਜਾਂ ਕਿਸ ਤਰ੍ਹਾਂ ਬਿਲਡਅਪ ਕੀਤਾ ਗਿਆ ਹੈਗਾ। ਬੋਰਲੌਗ ਸਾਹਿਬ ਨੂੰ ਮੈਂ ਇੱਕ ਸਵਾਲ ਪੁੱਛਿਆ, ਐਂਡ ਆਈ ਥਿੰਕ ਦਿਸ ਇਜ਼ ਅਰਾਊਂਡ 83 ਵਿੱਚ ਇੱਕ ਪੋਲੈਂਡ ਦੇ ਇੱਕ ਨੇਤਾ ਹੁੰਦੇ ਸੀਗੇ, ਲੈਕ ਵਾਲੇਸਾ ਲੇਟਰ ਬਿਕੇਮ ਦੀ ਪ੍ਰੈਜ਼ੀਡੈਂਟ। ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਪੀਸ ਦਾ, ਐਂਡ ਦੈਟ ਵਾਜ਼ ਐਟ ਅ ਟਾਈਮ ਵੈਨ ਇੱਕ ਵਰਕਰ ਸੋਲੀਡੈਰਿਟੀ ਮੂਵਮੈਂਟ ਦੀ ਉੱਥੇ ਮੁਹਿੰਮ ਚੱਲ ਰਹੀ ਸੀਗੀ। So I asked him a question, ਮੈਂ ਕਿਹਾ because he was himself a Nobel Peace Prize winner, so ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਡਾਕਟਰ ਬੋਰਲੌਗ how do you react to this Nobel Prize? ਕਈ ਵਾਰ ਹੁੰਦਾ ਹੈ ਕਿ ਸਵਾਲ ਤੁਹਾਡਾ ਬੜਾ ਸਪੌਟ 'ਤੇ ਹੁੰਦਾ ਹੈ, ਤਾਂ ਉਹ ਮੈਨੂੰ ਕਹਿੰਦੇ ਕਿ ਆਈ ਐਮ ਸੋ ਹੈਪੀ ਯੂ ਆਸਕ ਮੀ ਦਿਸ ਕੁਐਸਚਨ, ਕਿਉਂਕਿ ਨੋਬਲ ਪ੍ਰਾਈਜ਼ ਕਮੇਟੀ ਇਹ ਸੋਚ ਰਹੀ ਸੀਗੀ ਕਿ ਸਮਝਣ ਵਾਸਤੇ ਕਿ ਵੈਦਰ ਹੀ ਸ਼ੁੱਡ ਗੈਟ ਅ ਨੋਬਲ ਪ੍ਰਾਈਜ਼ ਔਰ ਨਾਟ, ਵਾਲੇਸਾ। ਤਾਂ ਉਹਨਾਂ ਨੇ ਛੋਟੀ ਜਿਹੀ ਟੀਮ ਇਖਤਿਆਰ ਕੀਤੀ, ਉਹਨੂੰ ਉੱਥੇ ਭੇਜਿਆ ਪੋਲੈਂਡ। ਦੈਟ ਟੀਮ ਵਾਜ਼ ਚੇਅਰਡ ਬਾਈ ਨੋਮਨ ਬੋਰਲੌਗ। ਕਹਿੰਦੇ ਮੈਂ ਆ ਕੇ ਰਿਪੋਰਟ ਦਿੱਤੀ ਹੈ ਕਿ ਵਾਲੇਸਾ ਡਜ਼ਨਟ ਡਿਜ਼ਰਵ ਅ ਨੋਬਲ ਪ੍ਰਾਈਜ਼।
ਬਟ ਆਈ ਸੈਡ ਤੁਸੀਂ ਕਾਹਨੂੰ ਕਿਹਾ ਕਿ ਨਹੀਂ ਮਿਲਣਾ ਚਾਹੀਦਾ ਨੋਬਲ ਪ੍ਰਾਈਜ਼, ਜਦ ਕਿ ਉਹਨਾਂ ਨੂੰ ਮਿਲ ਗਿਆ ਨੋਬਲ ਪ੍ਰਾਈਜ਼। ਤਾਂ ਵਾਟ ਵਾਸ ਦ ਰੀਜ਼ਨ? ਉਹ ਕਹਿੰਦੇ ਮੈਂ ਉੱਥੇ ਗਿਆ ਤਾਂ ਮੈਂ ਦੇਖਿਆ ਕਿ ਐਕਚੁਅਲੀ ਵਾਲੇਸਾ ਵਾਸ ਫਾਈਟਿੰਗ ਫॉर ਚੀਪਰ ਫੂਡ ਫॉर ਦੀ ਵਰਕਰਸ, because the worker solidarity movement the leader ਸੀਗਾ, but in the bargain he was forgetting what will happen to millions of people who produce that cheaper food. I'm sure this was your question. ਦੇਖੋ ਕਿੰਨੀ ਬੜੀ ਗੱਲ ਉਹਨਾਂ ਨੇ ਮੈਨੂੰ ਛੋਟੇ ਜਿਹੇ ਸਮਝਾਤੀ, ਔਰ ਉਹਨਾਂ ਨੇ ਕਿਹਾ ਕਿ ਇਸ ਕਰਕੇ ਮੈਂ ਕਿਹਾ ਸੀ ਕਿ ਵਾਲੇਸਾ ਡਜ਼ਨਟ ਡਿਜ਼ਰਵ ਅ ਨੋਬਲ ਪ੍ਰਾਈਜ਼ ਬਿਕੋਜ਼ ਹੀ ਵਾਸ ਪਿਟਿੰਗ ਵਨ ਕਲਾਸ ਅਗੇਂਸਟ ਦੀ ਅਦਰ। ਬਟ ਦੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਠੀਕ ਲੱਗਿਆ ਬਿਕੋਜ਼ ਦੈਟ ਵਾਸ ਦੀ ਇਕਨੋਮਿਕ ਡਿਜ਼ਾਈਨ। ਉਹਨਾਂ ਨੇ ਤਾਂ ਆਪਣੀ ਜਿਹੜੀ ਛੋਟੀ ਕਲਾਸ ਕਹਿੰਦੇ ਉਹਨਾਂ ਨੇ ਕਦੀ ਚਾਈਨਾ ਭੇਜਤੀ, ਕਦੀ ਇੰਡੀਆ ਭੇਜ, ਇੰਡੀਆ ਪ੍ਰੋਡਿਊਸਰ ਰਹਿ ਗਏ ਜਾਂ ਅਸੀਂ ਉਹਨਾਂ ਲਈ ਮਾਰਕੀਟ ਬਣ ਗਏ ਹਾਂ ਜੋ ਉਹਨਾਂ ਦਾ ਫालतू ਸਮਾਨ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਕੰਜ਼ਿਊਮਰ ਸਸਤਾ ਮਿਲਣਾ ਚਾਹੀਦਾ, ਜਿੱਥੋਂ ਵੀ ਮਿਲੇ ਸਸਤਾ ਮਿਲਣਾ, ਉਹਨਾਂ ਨੇ ਆਪਣਾ ਵਰਲਡ ਦਾ ਬਣਾ ਲਿਆ, ਪਰ ਅਸੀਂ ਤਾਂ ਅਜੇ ਵੀ ਗੁਲਾਮ ਰਹਿ ਗਏ ਨਾ। ਉਹ ਗੱਲ ਇਹ ਹੋਈ ਨਾ ਕਿ ਵੀ ਵੀ ਬੋਰੋਡ ਦੈਟ ਥਿੰਕਿੰਗ ਨਾ। ਸਾਡੇ ਜਿਹੜੇ ਪਾਲਿਸੀ ਮੇਕਰਸ ਹੈ ਫॉर ਲਾਸਟ ਸੈਵਰਲ ਡਿਕੇਡਸ ਅਸੀਂ ਵੀ ਸੈਕਰੀਫਾਈਸ ਕਰ ਰਹੇ ਹਾਂ ਐਗਰੀਕਲਚਰ ਨੂੰ। ਵੀ ਬਲੀਵ ਕਿ ਜਦ ਤੱਕ ਖੇਤੀ 'ਚੋਂ ਲੋਕਾਂ ਨੂੰ ਕੱਢ ਕੇ ਸ਼ਹਿਰ ਵਿੱਚ ਨਹੀਂ ਲੈ ਕੇ ਆਵਾਂਗੇ ਤਦ ਤੱਕ ਇਕਨੋਮਿਕ ਗਰੋਥ ਨਹੀਂ ਹੋਏਗੀ। ਇਹ ਜਿਹੜੀ ਮੈਂਟੈਲਿਟੀ ਬਣਾਈ ਗਈ ਹੈਗੀ ਆ, ਆਈ ਥਿੰਕ ਵੀ ਹੈਵ ਟੂ ਅੰਡਰਸਟੈਂਡ ਕਿ ਫੰਡਾਮੈਂਟਲ ਜਿਹੜਾ ਕਾਰਨ ਹੈਗਾ ਐਗਰੀਕਲਚਰ ਡਿਸਟ੍ਰੈਸ ਦਾ, ਨਾਟ ਓਨਲੀ ਇਨ ਇੰਡੀਆ, ਮੈਂ ਹਰ ਜਗ੍ਹਾ ਕਹਿੰਦਾ ਕਿ ਦੁਨੀਆ ਵਿੱਚ ਜਿਹੜਾ ਡਿਸਟ੍ਰੈਸ ਹੈਗਾ ਇਟ ਇਜ਼ ਬਿਕੋਜ਼ ਆਫ ਦਿਸ ਇਕਨੋਮਿਕ ਥਿੰਕਿੰਗ ਕਿ ਬਈ ਤੁਸੀਂ ਐਗਰੀਕਲਚਰ ਨੂੰ ਸੈਕਰੀਫਾਈਸ ਕਰੋਗੇ ਤਾਂ ਹੀ ਤੁਹਾਡੀ ਇੰਡਸਟਰੀ बढ़ेगी। ਮੇਰਾ ਮਤਲਬ ਕਹਿੰਦਾ ਹੈਗਾ ਕਿ ਜੇ ਅਸੀਂ ਵਾਕਈ ਹੀ ਓਨੈਸਟਲੀ ਅਗਰ ਅਪਰੋਚ ਕਰਨਾ ਚਾਹੁੰਦੇ ਹੈਗੇ ਕਿ ਵੀ ਸਭ ਦੀ ਗਰੋਥ ਹੋਏ, ਜਿਵੇਂ ਸਾਡੇ ਪ੍ਰਾਈਮ ਮਿਨਿਸਟਰ ਕਹਿੰਦੇ ਸਬਕਾ ਸਾਥ ਸਬਕਾ ਵਿਕਾਸ, ਦੇयर इज नो अदर वे देन टू एक्चुअली prop up एग्रीकल्चर। ਨਹੀਂ ਅੱਜ ਮੁੱਖ ਮੰਤਰੀ ਕਹਿੰਦੇ ਮੈਨੂੰ 1 ਸਾਲ ਦੇ ਦਿਓ, ਮੈਂ ਚਲੋ 1 ਸਾਲ ਮੰਨ ਲਿਆ ਦਿੱਤਾ ਸੀ, ਨਵੀਂ ਸਰਕਾਰ ਹੈ ਨਵੀਂ ਸੋਚ ਹੈ ਟਾਈਮ ਦੇਤਾ, ਬਟ 1 ਸਾਲ ਵਿੱਚ ਕਿਸਾਨਾਂ ਨੂੰ ਕੀ ਚਾਹੀਦਾ? ਜੇ ਕਾਰਪੋਰੇਟ ਨੂੰ ਤੁਸੀਂ 1 ਸਾਲ ਮੰਗੋ, ਤੁਸੀਂ ਬੋਲੋਗੇ ਅਸੀਂ ਸਾਡੇ ਲੋਨ ਸਟਾਪ ਕਰ ਦਿੰਦੇ ਹਾਂ, ਇੰਨਾ ਤੇ ਇੰਟਰਸਟ ਨਹੀਂ ਲੱਗੇਗਾ, ਕੁਛ ਤੇ ਸਹੂਲਤ ਦਿੰਦੇ ਹੋ ਤਾਂ ਕਿਸਾਨ ਦੀ ਕੁਰਕੀ ਵੀ ਹੋ ਰਹੀ ਹੈ, ਕਿਸਾਨ ਤੇ ਖਰਚੇ ਵੀ ਪੈ ਰਹੇ, ਕਿਸਾਨ ਨੂੰ ਪੈਟਰੋਲ ਵੀ ਵੱਧ ਖਰੀਦਣਾ, ਸਭ ਕੁਝ ਸਹਿਣਾ ਪੈ ਰਿਹਾ, ਸਭ ਕੁਝ ਸਹਿਣਾ ਪੈ ਰਿਹਾ। ਸੋ ਉਹਨੂੰ ਕੀ ਮਿਲਣਾ ਚਾਹੀਦਾ ਤਾਂ ਕਿ ਕਿਸਾਨ ਖੁਸ਼ੀ ਨਾਲ ਇਹ ਸਰਕਾਰ ਨੂੰ 1 ਸਾਲ ਦੇ ਦੇ? ਇਹ ਬਹੁਤ ਬੜਾ ਸਵਾਲ ਹੈਗਾ ਜੀ, ਐਂਡ ਆਈ ਥਿੰਕ ਯੂ نو ਟੂ ਟਰਾਈ ਐਂਡ ਮੇਕ ਐਨ ਐਫਰਟ ਕਿ ਬਈ 1 2 3 ਜਿੰਨੇ ਵੀ ਅਸੀਂ ਉਹ ਕਰ ਸਕੀਏ, ਇਟ ਵਿਲ ਬੀ ਸਮਥਿੰਗ ਫॉर ਦੀ ਗਵਰਨਮੈਂਟ ਟੂ ਅੰਡਰਸਟੈਂਡ ਕਿ ਬਈ ਕਿਸਾਨ ਜਿਹੜਾ 1 ਸਾਲ ਤੁਸੀਂ ਦੇਣ ਨੂੰ ਤਿਆਰ ਹੋ, ਉਹ ਲੈਣ ਨੂੰ ਵੀ ਸ਼ਾਇਦ ਤਿਆਰ ਹੋ ਜਾਏਗਾ ਜੇ ਤੁਸੀਂ ਉਹਨੂੰ ਉਹਦੇ ਨਾਲ ਖੜੇ ਹੋ ਜਾਓਗੇ। ਪਹਿਲੀ ਗੱਲ ਤਾਂ ਹੈ ਨਾਲ ਖੜੇ ਹੋਣ ਦਾ ਮਤਲਬ ਹੈਗਾ ਕਿ ਵੀ ਉਹਨਾਂ ਨੂੰ ਕੌਨਫੀਡੈਂਸ, ਇੱਕ ਉਹਨਾਂ ਦੇ ਵਿੱਚ ਇੱਕ ਫੀਲਿੰਗ ਆ ਜਾਏ ਕਿ ਇਹ ਸਰਕਾਰ ਸਾਡੇ ਵਾਸਤੇ ਹੈਗੀ ਹੈ। ਹੁਣ ਮੇਰਾ ਇਹ ਮੰਨਣਾ ਕਿ ਪੰਜਾਬ ਸਰਕਾਰ ਨੇ 1-2 ਕਦਮ ਬੜੇ ਅੱਛੇ ਉਠਾਏ ਹੈਗੇ ਐਂਡ ਵੀ ਮਸਟ ਐਪਰੀਸ਼ੀਏਟ them। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ ਮੂੰਗ ਤੇ ਮੱਕੀ ਤੇ ਬਾਕੀ 2-3 ਹੋਰ ਫਸਲਾਂ ਕਹੀਆਂ ਜਿਹਦੇ ਉੱਪਰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਦੇਵਾਂਗੇ, ਮਤਲਬ ਖਰੀਦਾਂਗੇ ਵੀ। ਹਾਂਜੀ, ਇਹ ਪੋਜ਼ਿਟਿਵ ਡਿਵੈਲਪਮੈਂਟਸ ਹੈਗੀਆਂ। ਜਿਹੜਾ ਇਹਨਾਂ ਨੇ ਇੱਕ ਸੋਇੰਗ ਦਾ ਵੀ ਸਿਸਟਮ ਤੇ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਇਹਨਾਂ ਨਾਲ ਕੰਪਨਸੇਸ਼ਨ ਦੇਵਾਂਗੇ ਜਾਂ ਹਾਂਜੀ ਇਨਸੈਂਟਿਵ ਦੇਵਾਂਗੇ, ਦੈਟ ਆਲਸੋ ਇਜ਼ ਵੈਲਕਮ। ਕਿਸਾਨਾਂ ਨੂੰ ਇਹ ਜਿਹੜੇ 3-4 ਤੁਸੀਂ ਸਟੈਪਸ ਲੈਂਦੇ ਹੋਗੇ ਨਾ, ਉਹਨਾਂ ਤੇ ਇੱਕ ਘੱਟ ਤੋਂ ਘੱਟ ਤੁਹਾਨੂੰ ਪਤਾ ਕਿ 1 ਸਾਲ ਤੱਕ ਜੋ ਵੀ ਚੀਜ਼ਾਂ ਅਸੀਂ ਗਰੋ ਕਰਨੀ ਹੈਗੀਆਂ, ਜੋ ਵੀ ਚੀਜ਼ਾਂ ਮਾਰਕੀਟ ਵਿੱਚ ਆਉਣੀ ਹੈਗੀਆਂ, ਬਲਾ ਬਲਾ ਬਲਾ, ਅਗਰ ਅਸੀਂ ਉਹਨਾਂ ਦਾ ਇੱਕ ਖਾਕਾ ਜਿਹਾ ਤਿਆਰ ਕਰਕੇ ਬੋਲੀਏ ਕਿ ਵੀ ਤੁਹਾਨੂੰ ਅਸੀਂ ਇੰਨਾ ਅਸ਼ੋਰ ਕਰਾਂਗੇ, ਮੇਰਾ ਇੱਕ ਸਟੈਪ ਉਹੀ ਨਾ ਤੋਂ ਅੱਗੇ ਹੋਰ ਜਾਂਦਾ ਹੈਗਾ। 2 ਚੀਜ਼ਾਂ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਕਰਨ ਵਾਲੀਆਂ। ਦੇਖੋ ਜੀ, ਇੱਕ ਮੇਰਾ ਅਸੈਸਮੈਂਟ ਇਹ ਹੈ ਕਿ 70% ਜਿਹੜਾ ਡਿਸਟ੍ਰੈਸ ਹੈ ਕਿਸਾਨਾਂ ਦਾ ਪੰਜਾਬ 'ਚ ਹੋਏ ਜ਼ਿਆਦਾ ਹੈ, ਬਲਕਿ ਬਾਕੀ ਸਟੇਟਸ ਵਿੱਚ ਕਮ ਹੋਏਗਾ, ਕਿਉਂਕਿ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਸਿਸਟਮ ਅਸੀਂ ਲੇਆਊਟ ਕੀਤਾ ਉਹਦੇ ਵਿੱਚ ਜਿਹੜਾ ਇੱਕ ਲੈਕ ਆਫ ਗਵਰਨੈਂਸ ਜਿਹੜੀ ਹੈਗੀ ਹੈ, ਮਤਲਬ ਉਹ ਜਿਹੜੀ ਹੈਗੀ ਬੜੀ ਜ਼ਬਰਦਸਤ ਹੈਗੀ ਆ, ਔਰ ਉਹ ਬੜਾ ਇੱਕ ਰਿਸਪੌਂਸੀਬਲ ਹੈਗਾ ਜਿਹੜਾ ਕ੍ਰਾਈਸਿਸ ਹੈਗਾ ਉਹਨੂੰ बढ़ाने वास्ते। मैं सिर्फ कह रहा कि सपोज करो अपना हारवेस्ट हो गया, किसान ने अपना प्रोड्यूस भी तैयार रखा हैगा, ट्रॉली लैके उत्थे पहुँचता है, उत्थे दिंदा कांटा ही काम नहीं कर रहा मंडी का, हाँ जी 2 दिन तक कांटे करके बैठा रहता है। सो यू कैन गो ऑन सेइंग दिस। मेरा सिर्फ ये कहना सी तुसीं एक ईज़ ऑफ डूइंग फार्मिंग ही कर दो। ਅਸੀਂ ਹਮੇਸ਼ਾ ਈਜ਼ ਆਫ ਡੂਇੰਗ ਬਿਜ਼ਨਸ ਕਰਦੇ ਹਾਂ, ਮੈਂ ਉਹੀ ਕਹਿੰਦਾ ਜਸਟ ਕਿਉਂਕਿ ਉਹ ਵਰਲਡ ਬੈਂਕ ਨੇ ਕਿਹਾ ਤਾਂ ਤੁਸੀਂ ਯੂ نو ਮੈਨੂੰ ਯਾਦ ਹੈ ਜੇ ਨਿਰਮਲਾ ਸੀਤਾਰਮਨ ਜੀ ਕਮਰਸ ਮਿਨਿਸਟਰ ਸੀਗੀ, ਸ਼ੀ ਸੈਡ ਕਿ ਵੀ ਹੈਵ ਟੇਕਨ 7000 ਸਟੈਪਸ, 7000 ਕਦਮ ਲਏ ਹੈਗੇ ਆ ਈਜ਼ ਆਫ ਡੂਇੰਗ ਬਿਜ਼ਨਸ ਵਾਸਤੇ। ਉਹ ਵਰਲਡ ਬੈਂਕ ਨੇ ਕਿਹਾ ਤੁਸੀਂ ਜ਼ਰੂਰੀ ਹੈ ਕਿ ਐਵਰੀ ਟਾਈਮ ਯੂ ਲੁੱਕ ਅਪ ਟੂ ਵਰਲਡ ਬੈਂਕ ਤੁਸੀਂ ਆਪਣੇ ਆਪ ਹੀ ਈਜ਼ ਆਫ ਡੂਇੰਗ ਫਾਰਮਿੰਗ ਕਰ ਦਿਓ। ਤੁਸੀਂ ਅਗਰ ਅੱਜ ਮੁੱਖ ਮੰਤਰੀ ਕਹਿ ਦਿੰਦੇ ਆ ਕਿ ਬਈ ਮੈਂ ਇੱਕ ਈਜ਼ ਆਫ ਡੂਇੰਗ ਫਾਰਮਿੰਗ ਜਿਹੜਾ ਸਿਸਟਮ ਹੈ ਉਹਨੂੰ ਮੈਂ ਲੈ ਕੇ ਆ ਰਿਹਾ ਹੈਗਾ, ਤੁਹਾਡੇ ਜਿੰਨੇ ਵੀ ਬੋਟਲਨੈਕਸ ਹੈਗੇ ਆ, ਹਿਕਅਪਸ ਹੈਗੇ ਆ ਜਾਂ ਸਟੈਪਸ ਇੰਪੈਡੀਮੈਂਟਸ ਹੁੰਦੇ ਆ, ਉਹ ਮੈਂ ਸਾਰੇ ਹੁਣ ਇਹ ਲਗਾਤਾ ਸਾਰਾ ਸਿਸਟਮ ਉਹਦੇ ਵਿੱਚ ਕਰੇਗਾ। ਉਹ ਕਿਸਾਨਾਂ ਦੀ ਮਦਦ ਵੀ ਲਓ, ਕਿਸਾਨਾਂ ਨੂੰ ਇੱਕ ਵਿਸ਼ਵਾਸ ਤਾਂ ਹੋ ਜਾਏ ਕਿ ਤੁਸੀਂ ਇਹ ਚੀਜ਼ ਕਰਨ ਜਾ ਰਹੇ ਹੋ, ਇੱਕ ਚੀਜ਼। ਔਰ ਉਹਦੇ ਨਾਲ ਤੁਸੀਂ ਦੇਖੋ ਕਿ ਤੁਹਾਨੂੰ ਕਹਿ ਰਿਹਾ ਸੀਗਾ ਕਿ 70% ਅਗਰ ਡਿਸਟ੍ਰੈਸ ਦਾ ਕਾਜ਼ ਤੁਹਾਨੂੰ ਇਹ ਚੀਜ਼ ਡਿਫਿਕਲਟੀਜ਼ ਕਿਸਾਨਾਂ ਨੂੰ ਆ ਰਹੀ ਹੈਗੀਆਂ। ਦੇਖੋ ਨਾ ਬੈਂਕ ਤੇ ਗਿਆ ਹੈਗਾ, ਬੈਂਕ ਤੋਂ ਰਿਕਵਰੀ ਕਰਨ ਵਾਸਤੇ ਜਿਸ ਤਰ੍ਹਾਂ ਆਉਂਦੇ ਹੈ, ਤੁਸੀਂ ਦੇਖਿਆ ਪੰਜਾਬ ਵਿੱਚ ਕੀ ਹੁੰਦਾ ਹੈ, ਉਹਨਾਂ ਨੂੰ ਤੁਸੀਂ ਸਾਮਾਨ ਇਸ਼ੂ ਕਰ ਦਿੰਦੇ ਹੋ, ਉਹਨਾਂ ਦੇ ਸਾਹਮਣੇ ਤੁਹਾਨੂੰ
ਪੁਲਿਸ ਦੇ ਉਹ ਆ ਜਾਂਦੇ ਹੈਗੇ ਆ। ਫੇਸ ਤੇ ਬਿਕੋਜ਼ ਸਾਡੇ Humiliation ਤਾਂ ਹੁੰਦੀ ਹੈ। ਤੇ ਨਾਲੇ ਮੈਂ ਮੈਂ ਫਾਰਮਿੰਗ ਇੱਕ- ਬੈਕਗ੍ਰਾਉਂਡ ਇੱਕ- ਤੇ ਨਹੀਂ ਆ, if- ਆਈ ਵਾਂਟ ਟੂ ਸ਼ੇਅਰ ਸਮਥਿੰਗ ਵੀ ਤੁਸੀਂ ਕਹਿ ਰਹੇ ਸੀ ਈਜ਼ ਆਫ ਫਾਰਮਿੰਗ, ਤੇ ਮੈਂ ਤੇ ਸ਼ਹਿਰੀ ਆ, ਤੇ ਜਦ ਕੋਵਿਡ ਲੱਗਿਆ ਤੇ ਸ਼ਾਇਦ ਪਹਿਲੀ ਵਾਰੀ ਮੈਂ ਮੰਡੀ ਗਈ ਪੁੱਛਣ ਲਈ ਹਾਲ, ਕਿ ਮੈਨੂੰ ਲੱਗੀ ਹੈ ਯਾਰ ਕਿ ਇੰਨਾ ਕਿਉਂ ਰੌਲਾ ਪਾਉਂਦੇ ਕਿ ਇੱਕ ਦਿਨ ਵੇਟ ਕਰਨੀ ਪੈ ਗਈ, ਫਿਰ ਕੀ ਹੋਇਆ। ਫਿਰ ਜਦ ਮੈਂ ਅੰਡਰਸਟੈਂਡ ਕੀਤਾ ਕਿ ਉਹ ਕਿਰਾਏ ਤੇ ਲੈ ਕੇ ਆਏ, ਸੋ ਉਹ ਇੱਕ ਦਿਨ ਦਾ ਖਰਚਾ ਕਿੰਨਾ ਪੈਂਦਾ, ਮੈਨੂੰ ਨਹੀਂ ਪਤਾ ਸੀ ਇਹਨਾਂ ਚੀਜ਼ਾਂ ਦਾ, ਬਿਕੋਜ਼ ਅਸੀਂ ਥੋੜੇ ਪ੍ਰਿਵਿਲੇਜਡ ਹੈਗੇ, ਨਹੀਂ ਆਈਡੀਆ ਨਾ ਚੀਜ਼ਾਂ ਦਾ। ਸੋ ਆਬਵੀਅਸਲੀ ਜੇ ਉਹ ਈਜ਼ ਹੋਏ, ਜੇ ਤੁਹਾਡਾ ਹੋਮ ਪਿਕਅਪ ਹੋਏ, ਜਾਂ ਗਵਰਨਮੈਂਟ ਉਹ ਸਹੂਲਤਾਂ ਦੇ ਦੇ ਕਿ ਕਿਸਾਨ ਨੂੰ ਉਗਾ ਲਈ, ਫਿਰ ਉਹਨੂੰ ਤਿਆਰ ਕਰਕੇ, ਜਾਂ ਤੁਸੀਂ ਜੇ ਮੰਡੀਆਂ ਨਹੀਂ ਕਰਨੀਆਂ ਘਰੋਂ ਪਿਕਅਪ ਕਰ ਲਓ, ਜਾਂ ਗਵਰਨਮੈਂਟ ਜੋ ਵੀ ਹੈ ਮਤਲਬ ਇੱਕ ਪੂਰਾ ਪੰਜਾਬ ਜਿਹੜਾ ਮਤਲਬ ਇੰਨਾ ਬੜਾ ਢਾਂਚਾ ਹੈਗਾ, ਕਿਸਾਨ ਵਾਸਤੇ ਬਹੁਤ ਜ਼ਿਆਦਾ ਹੈ, ਬਹੁਤ ਬੜੀ ਹੁੰਦੀ ਹੈ। ਔਰ ਸਿਰਫ ਇੱਕ ਚੀਜ਼ ਅਸੀਂ ਮੰਡੀ ਦੀ ਗੱਲ ਨਹੀਂ ਕਰ ਰਹੇ, ਤੁਸੀਂ ਦੇਖੋ ਫਰਟੀਲਾਈਜ਼ਰ ਲੈਣਾ ਹੋਏ, ਉਹਨੇ ਪੈਸਟੀਸਾਈਡ ਲੈਣੇ ਹੋਣ, ਇਹ ਸਾਰੀ ਗੱਲਾਂ ਤੇ ਕਿਸਾਨਾਂ ਨੂੰ ਹਰ ਸਟੈਪ ਤੇ ਦਿੱਕਤ ਆਉਂਦੀ ਹੈਗੀ। ਇੱਕ ਤਾਂ ਈਜ਼ ਆਫ ਡੂਇੰਗ ਕਰ ਦੋਗੇ, ਮੈਨੂੰ ਲੱਗਦਾ ਕਿਸਾਨ ਨੂੰ ਬਹੁਤ ਵਿਸ਼ਵਾਸ ਹੋ ਜਾਏਗਾ ਕਿ ਸਰਕਾਰ ਸਾਡੇ ਨਾਲ ਖੜੀ ਹੈ। ਔਰ ਇਹਦੇ ਵਾਸਤੇ ਤਗਮਾ ਜਿਹਾ ਲਾਇਆ ਹੁੰਦਾ ਨਾ ਕਿ ਵੀ ਹਾਂ ਤੁਸੀਂ ਸਾਡੇ ਤੇ ਬੋਝ ਹੋ, ਤੁਸੀਂ ਸਬਸਿਡੀ ਖਾਂਦੇ ਹੋ, ਤੁਸੀਂ ਉਹ ਤੁਹਾਨੂੰ ਆਪਣੇ ਆਪ ਸ਼ਰਮ ਆ ਜਾਂਦੀ ਹੈ ਕਿ ਵੀ ਮੈਂ ਮੰਗਣ ਆਇਆ, ਤੁਸੀਂ ਤਾਂ ਦੇਣ ਵਾਲੇ ਹੋ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੇਰਾ ਇਹ ਕਹਿਣਾ ਦੇਖੋ ਨਾ ਜੀ, ਤੁਸੀਂ ਅਗਰ 7000 ਕਦਮ ਇੰਡਸਟਰੀ ਵਾਸਤੇ ਲੈਂਦੇ ਹੋ, ਤੁਸੀਂ ਇੱਥੇ 2000 ਹੀ ਲੈ ਲਓ, 2000 ਕਦਮ ਲੈ ਲਓ, ਤੁਸੀਂ ਦੇਖੋਗੇ ਪੰਜਾਬ ਦਾ ਐਗਰੀਕਲਚਰ ਵਿਲ ਬੀ ਔਨ ਅ ਡਿਫਰੈਂਟ ਟ੍ਰੈਜੈਕਟਰੀ। ਇੱਕ ਗੱਲ। ਦੂਸਰੀ ਗੱਲ ਹੈ ਕਿ ਤੁਸੀਂ ਸਰਕਾਰ ਨੇ ਇੰਨੇ ਸਾਨੂੰ ਅੱਛੇ ਪ੍ਰੋਮਿਸ ਕੀਤੇ ਹੈ ਕਿ ਵੀ ਅਸੀਂ ਮੂੰਗ ਦਾ ਤੁਹਾਨੂੰ ਦਾਮ ਦੇਵਾਂਗੇ, ਫਲਾਣੀ ਕ੍ਰੌਪਸ ਦਾ ਦਾਮ ਦੇਵਾਂਗੇ। ਤੁਸੀਂ ਇਹ ਸਾਰਾ ਕੁਝ ਕਰਕੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਸਾਨੂੰ ਡਰਾਊਟ ਰਿਲੀਫ ਮਿਲਣਾ ਚਾਹੀਦਾ, ਉਹ ਤਾਂ ਠੀਕ ਹੈ। ਇਹ ਵੀ ਕਹਿ ਰਹੇ ਹੋ ਕਿ ਡੈਟ ਰਿਲੀਫ ਵਾਸਤੇ ਇੱਕ ਕਮਿਸ਼ਨ ਬਣਾਉਣ ਦੀ ਗੱਲ ਹੋਈ ਹੈ, ਜਿਹੜਾ ਕਿਸਾਨਾਂ ਨੇ ਵੀ ਕਿਹਾ ਹੈਗਾ। ਇਹ ਸਾਰੀ ਗੱਲਾਂ ਬੜੀ ਇੰਪੋਰਟੈਂਟ ਹੈ। ਤੁਸੀਂ ਸਾਰੇ ਨੂੰ ਇੱਕ ਢਾਂਚੇ ਵਿੱਚ ਲੈ ਕੇ ਵਾਈ ਡੋਂਟ ਯੂ ਸੈਟ ਅਪ ਅ ਕਮਿਸ਼ਨ ਫਾਰ ਫਾਰਮਰਸ ਇਨਕਮ ਐਂਡ ਵੈਲਫੇਅਰ। ਤੁਸੀਂ ਕਿਉਂ ਨਹੀਂ ਇਹ ਕਹਿ ਸਕਦੇ ਕਿ ਅਸੀਂ ਪੰਜਾਬ ਵਿੱਚ ਕਮਿਸ਼ਨ ਫਾਰ ਫਾਰਮਰਸ ਇਨਕਮ ਐਂਡ ਵੈਲਫੇਅਰ ਦਾ ਸਟਾਰਟ ਕਰਦੇ ਹਾਂ, ਇਹ ਲਾਂਚ ਕਰਦੇ ਹੈਗੇ ਆ। ਔਰ ਇਹ ਜਿਹੜਾ ਹੈ ਕਿਸਾਨ ਨੂੰ ਘੱਟ ਤੋਂ ਘੱਟ ਐਟਲੀਸਟ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਹਾਲਾਤ ਨਾਲ ਯੂ ਕੈਨ ਰਿਵਾਈਜ਼ ਇਟ ਅਗੇਨ, 25000 ਰੁਪਏ ਤਾਂ ਉਹਨਾਂ ਨੂੰ ਅਸ਼ੋਰ ਕਰ ਦਿਓਗੇ। ਤੁਹਾਨੂੰ ਸਰਕਾਰ ਦਾ ਕੰਮ ਇਹ ਹੈਗਾ, ਇਹ ਨਹੀਂ ਚੈੱਕ ਇਸ਼ੂ ਨਹੀਂ ਕਰਨਾ ਹੈਗਾ, ਬਟ ਟੂ ਸੀ ਕਿ ਵਿਥ ਹਾਊ ਡੂ ਯੂ ਗੈਟ ਦੈਟ ਕਾਈਂਡ ਆਫ ਇਨਕਮ। ਮੈਨੂੰ ਲੱਗਦਾ ਕਿ ਅਗਰ ਇਹ ਚੀਜ਼ਾਂ ਅਸੀਂ ਕਰਦੇ ਹੈ, ਕਿਸਾਨ ਨੂੰ ਵੀ ਇੱਕ ਵਿਸ਼ਵਾਸ ਹੋਏਗਾ ਕਿ ਹਾਂ ਮੈਂ 1 ਸਾਲ ਤੱਕ ਇੰਤਜ਼ਾਰ ਕਰ ਸਕਦਾ ਹੈਗਾ, 2 ਸਾਲ ਵੀ ਇੰਤਜ਼ਾਰ ਕਰ ਸਕਦਾ ਹੈਗਾ। ਲੈਟਸ ਮੂਵ ਇਨ ਦੈਟ ਡਾਇਰੈਕਸ਼ਨ। ਉਹਨਾਂ ਦੀ એનર્ਜੀ ਜਿਹੜਾ ਹੈਗੀ ਅੱਜ ਜਿਹੜੀ ਅਸੀਂ ਇੱਕ ਤਰ੍ਹਾਂ ਦੀ ਵੇਸਟ ਹੀ ਹੁੰਦੀ ਹੈ ਨਾ, ਜਦ ਤੁਸੀਂ ਉਹਨਾਂ ਅਨਪ੍ਰੋਡਕਟਿਵ ਚੀਜ਼ਾਂ ਵਾਸਤੇ ਆਪਣੇ ਸਿਰ ਖਪਾਉਂਦੇ ਹੋਏ ਨਾ, ਤਾਂ ਮੈਨੂੰ ਲੱਗਦਾ ਕਿ ਇੱਕ ਦਿਨ ਲਈ ਆਇਆ ਖਰਚਾ ਤਾਂ ਪੈਂਦਾ ਹੀ ਹੈ, ਪੈਟਰੋਲ ਲੱਗਦਾ ਹੈ, ਫਿਰ ਪੈਸੇ ਇਕੱਠੇ ਕਰਨੇ ਪੈਂਦੇ ਹੈ, ਰਾਤ ਬਿਤਾਣੀ, ਭਾਵੇਂ ਇੱਕ ਰਾਤ ਵੀ ਹੋਏ ਜੇ ਸਾਨੂੰ ਬਿਤਾਣੀ ਪੈ ਸੜਕ ਤੇ, ਤਾਂ ਠੀਕ ਗੱਲ ਹੈ। ਸੋ ਇਹ ਜਿਹੜਾ ਹੋਇਆ ਹੈਗਾ, ਆਈ ਥਿੰਕ ਅਗਰ 2 ਕਦਮ ਵੀ ਲੈ ਲੈਂਦੀ ਹੈਗੇ, ਜੋ ਤੁਹਾਡਾ ਸਵਾਲ ਸੀਗਾ ਪ੍ਰਾਇਮਰੀਲੀ, ਉਹ ਬੜਾ ਇੰਪੋਰਟੈਂਟ ਹੈ ਕਿ ਵੀ 1 ਸਾਲ ਵਾਸਤੇ ਵੀ ਤੁਸੀਂ ਕਹਿ ਰਹੇ ਹੋ ਰੁਕੋ, ਮੇਰਾ ਉਹਨਾਂ ਦੀ ਇੰਟੈਂਸ਼ਨ ਅਸੀਂ ਕੋਈ ਡਾਊਟ ਨਹੀਂ ਕਰ ਰਿਹਾ, ਐਵਰੀਵਨ ਐਕਸਪੈਕਟਸ ਕਿ ਵੀ ਇਹ ਹੋਏਗਾ, ਹੈ ਨਾ। ਪਰ ਲੇਕਿਨ ਅਗਰ 2-3 ਕਦਮ ਇਹ ਜੇ ਲੈ ਲਓ ਤਾਂ ਮੈਨੂੰ ਲੱਗਦਾ ਕਿ ਇੱਕ ਵਿਸ਼ਵਾਸ ਦੀ ਜਿਹੜੀ ਇੱਕ ਹੁੰਦੀ ਹੈ ਨਾ, ਇੱਕ ਸਪਿਰਿਟ ਜੀ, ਉਹ ਬਿਲਡ ਅਪ ਹੋ ਜਾਂਦੀ ਹੈਗੀ ਹੈ। ਤਵਿੰਦਰ ਜੀ, ਅਸੀਂ ਜੋ ਪਿਛਲੇ 1.5 ਸਾਲ ਵਿੱਚ ਇੱਕ ਫਾਰਮਿੰਗ ਡਿਬੇਟ ਦੇਖਿਆ, ਜੋ ਸਾਰੇ ਹਰ ਦੇ ਘਰ ਪਹੁੰਚਿਆ, ਹਰ ਇੱਕ ਨੂੰ ਹੁਣ ਪਹਿਲੇ ਨਾਲੋਂ ਬਹੁਤ ਜਾਣਕਾਰੀ ਹੈ ਫਾਰਮਿੰਗ ਮੁੱਦਿਆਂ ਬਾਰੇ। ਤੁਸੀਂ ਤਾਂ ਬਹੁਤ ਕਿਸਾਨ ਆਗੂਆਂ ਨਾਲ ਬਹੁਤ ਨੇੜੇ ਰਹਿ ਕੇ ਕੰਮ ਕੀਤਾ ਹੈ, ਤੁਸੀਂ ਕਾਫੀ ਕੋਸ਼ਿਸ਼ਾਂ ਵੀ ਕੀਤੀਆਂ ਕਿ ਕੋਈ ਮੰਚ ਬਣ ਜਾਏ ਜੋ ਪੰਜਾਬ ਦੀ ਆਵਾਜ਼ ਬਣ ਜਾਏ, ਜੋ ਕਿਸਾਨਾਂ ਨੂੰ ਸਿਆਸਤ ਵਿੱਚ ਲਿਆਏ ਤਾਂ ਕਿ ਆਵਾਜ਼ ਬਣ ਪਾਏ। ਅੱਜ ਓਨੈਸਟਲੀ ਗੱਲ ਪੁੱਛਦੀ ਹਾਂ, ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਹੈਗੀ ਹੈ ਕਿਸਾਨ ਦੀ ਹੈ, ਉਹਦੀ ਆਵਾਜ਼ ਨਹੀਂ ਹੈ। ਆਵਾਜ਼ ਜਿੰਨੀ ਹੋਣੀ ਚਾਹੀਦੀ ਹੈ, ਔਰ ਜਿਹੜੀ ਅਸੀਂ ਕਹਿੰਦੇ ਜਿਹੜੀ ਦਿਲੋਂ ਆ ਰਹੀ ਹੈ, ਜਿੱਥੇ ਸਾਨੂੰ ਕੋਈ ਸ਼ੱਕ ਨਾ ਹੋਏ ਕਿ ਹਾਂ ਕਿ ਕਿਸੇ ਇਸ ਪੱਖੋਂ ਆ ਰਹੀ ਹੈ, ਕਿਸੇ ਸਰਕਾਰ ਨੂੰ ਹਿਲਾਣ ਆ ਰਹੀ ਹੈ, ਕੀ ਉਹ ਬਣ ਸਕਦੀ ਹੈ? ਦੇਖੋ ਜੀ, ਆਈ ਐਮ ਆਲਵੇਜ਼ ਹੋਪਫੁਲ ਕਿ ਕਿਸਾਨਾਂ ਦੇ ਰਿਐਲਿਟੀ ਬੇਸਡ, ਮੈਂ ਰਿਐਲਿਟੀ ਬੇਸਡ, ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਦ ਤੋਂ ਅਸੀਂ ਕੰਮ ਸ਼ੁਰੂ ਕੀਤਾ ਸੀਗਾ, bringing the farming leaders, farming unions, farming groups together, ਔਰ ਉਹ ਸਿਰਫ ਪੰਜਾਬ ਦਾ ਨਹੀਂ ਸਾਰੇ ਦੇਸ਼ ਵਿੱਚ ਕੀਤਾ, ਔਰ ਇੰਨੇ ਸਾਲਾਂ ਤੋਂ ਕੀਤਾ ਹੈਗਾ। ਆਈਡੀਆ ਸਿਰਫ ਇਹੀ ਸੀਗਾ ਕਿ ਇੱਕ ਸਟੇਜ ਤੇ ਐਸੇ ਕਿਸਾਨ ਇਕੱਠੇ ਹੋ ਕੇ ਇਸ ਸਾਰੇ ਇਸ਼ੂਜ਼ ਵਾਸਤੇ, ਕਾਜ਼ ਵਾਸਤੇ ਇੱਕ ਅੰਡਰਸਟੈਂਡਿੰਗ ਜਿਹੜੀ ਚਾਹੀਦੀ ਹੈਗੀ, ਉਹਦੇ ਵਾਸਤੇ ਸਭ ਦੀ ਇੱਕ ਐਸੀ ਬੁਲੰਦ ਹੋ ਜਾਏ ਆਵਾਜ਼ ਕਿ ਬਈ ਦੀ ਗਵਰਨਮੈਂਟ ਨੂੰ ਇੰਨਾ ਨੈਰੇਟਿਵ ਬਦਲ ਗਿਆ ਹੈਗਾ ਕਿ ਦੇ ਵਿਲ ਹੈਵ ਟੂ ਐਕਟ ਔਨ ਦੈਟ। ਸੋ ਦੈਟ ਆਈ ਐਮ ਵੈਰੀ ਹੋਪਫੁਲ। ਲੇਕਿਨ ਉਹਦੇ ਵਿੱਚ ਮੇਰਾ ਇੱਕ ਛੋਟਾ ਜਿਹਾ ਜਿਹੜਾ ਮੈਂ ਦੇਖਦਾ ਕਿ ਕਿਤੇ ਨਾ ਕਿਤੇ ਜਿਹੜਾ ਛੋਟਾ ਜਿਹਾ ਗੈਪ ਰਹਿ ਗਿਆ ਸ਼ਾਇਦ, ਉਹ ਇਹ ਸੀਗਾ ਕਿ ਬਈ ਮੇਰਾ ਸੋਚਣਾ ਇਹ ਹੈਗਾ, ਐਂਡ ਆਮ ਸ਼ੋਰ ਯੂ ਵਿਲ ਐਗਰੀ ਵਿਦ ਮੀ, ਕਿ ਵਿਚਾਰਾਂ ਦੀ ਐਕਚੁਅਲੀ ਸਾਰੀ ਉਹ ਲੜਾਈ ਹੈ, ਜਾਂ ਵਿਚਾਰਾਂ ਦੀ ਜਿਹੜਾ ਕੌਨਫਲਿਕਟ ਹੈਗਾ ਉਹ ਵਿਚਾਰਾਂ ਤੇ ਹੀ ਹੁੰਦਾ ਹੈ। ਵੈਦਰ ਵੀ ਕਾਲ ਇਟ ਆਈਡੀਓਲੋਜੀਕਲੀ, ਮੈਂ ਆਈਡੀਓਲੋਜੀ 'ਚ ਵਿਸ਼ਵਾਸ ਨਹੀਂ ਨਾ ਕਰਦਾ। ਮੇਰਾ ਮਤਲਬ ਹੈ ਕਿ ਤੁਸੀਂ ਜਿਹੜਾ ਕੰਮ ਕੀਤਾ ਹੈਗਾ ਉਹਦੇ ਨਾਲ ਤੁਹਾਨੂੰ ਪਤਾ ਲੱਗਦਾ ਕਿ ਵਾਟ ਰਿਐਲਿਟੀਜ਼ ਆਰ, ਔਰ ਰਿਐਲਿਟੀਜ਼ ਦੇ ਉੱਪਰ ਅਸੀਂ ਕੀ ਬੇਸ ਕਰ ਸਕਦੇ ਹੈਗਾ ਇਕਨੋਮਿਕ ਡਿਜ਼ਾਈਨ ਵਿਚ ਕੈਨ ਰੀਬਿਲਡ ਦੀ ਕੰਟਰੀ ਔਰ ਰੀਵਾਈਟਲਾਈਜ਼ ਐਗਰੀਕਲਚਰ। ਉਸ ਤਰਫ ਪ੍ਰਯਾਸ ਹੋਣਾ ਚਾਹੀਦਾ ਹੈਗਾ, ਵਿੱਚ ਉਹਦੇ ਵਿੱਚ ਕਿਸਾਨ ਵੀ, ਯੂਨੀਅਨ ਵੀ ਜੁੜਨ।
ਇਹ ਮੇਰਾ ਸੋਚ ਹੈ ਔਰ ਮੈਂ ਮੰਨਦਾ ਹਾਂ ਕਿ ਭਈ ਐਟਲੀਸਟ ਵਨ ਸਟੇਜ ਹੁਣ ਜਿਹੜਾ ਹੁੰਦਾ ਨਾ ਕਿ ਭਈ ਅਸੀਂ ਹੁਣ ਇਹ ਕਿ ਹੁੰਦਾ ਜਿਹਨੇ ਵੀ ਆਪਣਾ ਗਲੇ 'ਚ ਹਰਾ ਜੋ ਮਫਲਰ ਪਾ ਕੇ ਅਸੀਂ ਸੋਚਦੇ ਹਾਂ ਕਿ ਅਸੀਂ ਹੀ ਬਦਲਾਂਗੇ, ਦੈਟ ਇਜ਼ ਆਲ ਓਕੇ, ਵੀ ਆਲ ਵੈਲਕਮ। ਲੇਕਿਨ ਤੁਸੀਂ ਇੱਕ ਸੋਚ ਤੇ ਤਾਂ ਆਓ, ਪਹਿਲੇ ਸੋਚੋ ਤੁਸੀਂ ਕਿ ਬੜਾ ਇਸ਼ੂ ਤੁਹਾਡੇ ਸਾਹਮਣੇ ਕਿਆ ਹੈਗਾ। ਉਹ ਇਕਨੋਮਿਕ ਜਿਹੜੀ ਸੋਚ ਹੈਗੀ ਹੈ ਉਹ ਨਹੀਂ ਹਾਲੇ ਤੱਕ ਪਰਕੂਲੇਟ ਹੋਈ ਹੈ, ਉੱਥੇ ਕਿਤੇ ਨਾ ਕਿਤੇ ਗੈਪ ਰਹਿ ਗਿਆ ਹੈਗਾ ਔਰ ਉਹ ਜਿਸ ਦਿਨ ਬਦਲ ਗਿਆ ਨਾ ਫਿਰ ਤਾਂ ਸਾਰਾ ਸਮਾਜ ਬਦਲੇਗਾ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇੱਕ ਮੈਨੂੰ ਆਸ਼ਾ ਨਜ਼ਰ ਆਈ ਸੀਗੀ ਜਦ ਆਪਣਾ ਪ੍ਰੋਟੈਸਟ ਹੋਇਆ ਦਿੱਲੀ 'ਚ। ਯੂ ਨੋ ਐਕਚੁਅਲੀ ਫਾਰਮਰਸ ਜੋ ਡਿਮਾਂਡ ਕਰ ਰਹੇ ਸੀਗੇ ਦੈਟ ਵਾਸ ਗੋਇੰਗ ਬਿਯੋਂਡ ਜੋ ਅਸੀਂ ਨਾਰਮਲੀ ਸੋਚਦੇ ਹਾਂ ਕਿ ਬਈ ਇਹਨਾਂ ਨੂੰ ਇੱਕ ਇੱਧਰ ਸਬਸਿਡੀ ਮਿਲੇ ਜਾਂ ਇੱਧਰ MSP ਮਿਲੇ। ਦੇ ਵਰ ਗੋਇੰਗ ਬਿਯੋਂਡ ਦੈਟ, ਦੇ ਵਰ ਐਕਚੁਅਲੀ ਚੈਲੰਜਿੰਗ ਦ ਬਿਗਰ ਇਕਨੋਮਿਕ ਡਿਜ਼ਾਈਨ। ਉਹਨੂੰ ਮੈਨੂੰ ਲੱਗਦਾ ਕਿ ਦੇ ਸ਼ੁਡ ਹੈਵ ਹੈਲਡ ਇਟ ਔਨ ਔਰ ਉਹਨੂੰ ਹੋਰ ਬਿਲਡ ਅਪ ਕਰਨ ਦੀ ਜ਼ਰੂਰਤ ਸੀਗੀ। ਥੱਕ ਗਏ ਸੀ ਬਿਕੋਜ਼ ਇੰਨੀ ਵੱਡੀ ਲੜਾਈ ਲੜਨੀ, ਪਿੱਛੋਂ ਰਿਸੋਰਸਸ ਭਾਵੇਂ ਕੋਈ ਵੀ ਕਹਦੇ ਇੱਥੋਂ ਆ ਰਹੇ ਸੀ ਉੱਥੋਂ, ਉਸ ਤੋਂ ਬਾਅਦ ਇੱਕ ਆਈਡੀਓਲੋਜੀਕਲ ਲੜਾਈ, ਤੁਹਾਨੂੰ ਇੱਕ ਪੂਰਾ ਕੰਟਰੀ ਦਾ ਨੈਸ਼ਨਲ ਮੀਡੀਆ ਹਰ ਵੇਲੇ ਘੇਰ ਰਿਹਾ ਹੈ, ਸਿਆਸਤ ਘੇਰ ਰਹੀ ਹੈ, ਬਜ਼ੁਰਗ ਲੋਕ, ਠੰਡ ਗਰਮੀ। ਆਈ ਥਿੰਕ ਉਹ ਥਕਾਨ ਸੀ ਜੋ ਔਰ ਕਿੱਥੇ ਮੈਂ ਤਾਂ ਖੁੱਲ੍ਹ ਕਹਿੰਦੀ ਹਾਂ ਕਿ ਵੀ ਸਾਡੇ ਲੀਡਰ ਕਮਜ਼ੋਰ ਪੈ ਗਏ ਸੀਗੇ। ਉਹਨਾਂ ਦੀਆਂ ਜੇ ਪੰਜਾਬ ਇਲੈਕਸ਼ਨ ਨਾ ਹੀ ਆਉਂਦੀਆਂ ਤੇ ਸ਼ਾਇਦ ਨਤੀਜਾ ਕੁਝ ਹੋਰ ਨਿਕਲਣਾ ਸੀਗਾ। ਪਰ ਜਿਵੇਂ ਹੁਣ ਟਕੈਤ ਜੀ ਨੂੰ ਕੱਢਤਾ ਗਿਆ ਵੀ ਕਿ ਇਹਨਾਂ ਦੀਆਂ ਆਪਸੀ ਲੜਾਈਆਂ ਕਦੀ ਖਤਮ ਹੋਣ ਤੇ ਆ ਸਕਦੀ, ਕਦੀ ਇਹ ਲੋਕ ਇਕੱਠੇ ਇੱਕ ਮੰਚ ਤੇ ਹੋ ਸਕਦੇ ਹੈਗੇ। ਪਰ ਇਹ ਤਾਂ ਆਈ ਥਿੰਕ ਅਸੀਂ ਬਾਕੀ ਪੋਲੀਟੀਕਲ ਪਾਰਟੀਜ਼ ਵਿੱਚ ਦੇਖਦੇ ਹੀ ਹੈਗੇ ਹੈ ਨਾ ਜੀ। ਮੈਨੂੰ ਉਹਦਾ ਕੋਈ ਜ਼ਿਆਦਾ ਫਿਕਰ ਨਹੀਂ ਹੈਗਾ ਕਿ ਬਈ ਇਹ ਤਾਂ ਇਹਨਾਂ ਦੀ ਕਦੀ ਇੱਧਰੋਂ ਕਿਸੇ ਦੇ ਉੱਪਰ ਹੋਏਗਾ ਪ੍ਰੈਸ਼ਰ ਪਏਗਾ, ਕਦੀ ਇੱਧਰ ਜਾਣਗੇ, ਇਹ ਸਭ ਗੱਲਾਂ ਹੋਣਗੀਆਂ। ਪਰ ਮੇਰਾ ਮਤਲਬ ਹੈ ਕਿ ਸਭ ਤੋਂ ਬੜੀ ਜਿਹੜੀ ਸੋਚ ਹੈ ਇਕਨੋਮਿਕ ਸੋਚ, ਉਹ ਜਦ ਤੱਕ ਉਹਨਾਂ ਦੇ ਵਿੱਚ ਤਾਂ ਮੈਂ ਨਹੀਂ ਕਹਾਂਗਾ ਬਟ ਮੈਂ ਕਹਾਂਗਾ ਪਰਕੂਲੇਟ ਨਾ ਕਰੇ ਮਾਸਿਸ ਦੇ ਵਿੱਚ। ਕਿਸਾਨ ਜਿਹੜੇ ਹੈਗੇ ਬੇਸਿਕਲੀ ਜਿਹੜੇ ਗਰਾਊਂਡ ਤੇ ਕਿਸਾਨ ਹੈਗੇ ਆ ਉਹਨਾਂ ਦੇ ਵਿੱਚ ਸੋਚਣਾ ਜਾਏ ਆਸਤੇ ਆਸਤੇ ਕਿ ਵੀ ਸਾਡੇ ਨਾਲ ਅਨਿਆਏ ਕਿਸ ਤਰ੍ਹਾਂ ਹੋਇਆ ਹੈਗਾ। ਸਾਨੂੰ ਕਿੱਥੇ ਸਾਨੂੰ ਜਿਹੜਾ ਹੈ ਇਹ ਅਸੀਂ ਕਿ ਨਹੀਂ ਇੰਨਾ ਅਸੀਂ ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ। ਹੁਣ ਦੇਖੋ ਨਾ ਕੱਲ੍ਹ ਇੱਕ ਟਵੀਟ ਸੀਗਾ ਜੀ, ਉਹ ਟਵੀਟ ਬੜਾ ਇੰਪੋਰਟੈਂਟ ਇਸ ਕਰਕੇ ਲੱਗਿਆ ਮੈਨੂੰ। ਉਹਨਾਂ ਨੇ ਲਿਖਿਆ ਕਿ ਬਈ ਕਿਸਾਨ ਨੇ 10,000 ਪਾਈਨਐਪਲ ਜਿਹੜੇ ਹੈਗੇ ਆ ਉਹ ਗਾਂਧੀਗਿਰੀ ਸਟਾਈਲ ਨਾਲ ਉਹ ਲੋਕਾਂ ਨੂੰ ਫ੍ਰੀ ਵੰਡ ਰਹੇ ਹੈਗੇ। ਕਿਉਂਕਿ ਉਹਨਾਂ ਨੂੰ ਦਾਮ ਨਹੀਂ ਮਿਲ ਰਿਹਾ ਐਂਡ ਦੇ ਥਿੰਕ ਇਟ ਇਜ਼ ਬੈਟਰ ਟੂ ਗਿਵ ਇਟ ਫ੍ਰੀ। ਨਾ ਇਹ ਜਿਹੜੀ ਗੱਲ ਹੈਗੀ ਹੈ ਇਹ ਅਸੀਂ 15 ਸਾਲ 20 ਸਾਲ ਪਹਿਲੇ ਵੀ ਇਹੀ ਸੁਣਿਆ ਹੈਗਾ, ਪੜ੍ਹਿਆ ਹੈਗਾ ਅਖਬਾਰਾਂ ਵਿੱਚ। ਕਦੀ ਕੋਕੋਨਟ ਹੋਏਗਾ, ਕਦੀ ਪਾਈਨਐਪਲ ਹੋਏਗਾ, ਕਦੀ ਕੁਛ ਹੋਏਗਾ, ਹੈ ਨਾ ਜੀ। ਹੁਣ ਉਹ ਜਿਹੜੀ ਸੋਚ ਹੈਗੀ ਆ ਉਹਦੇ ਉੱਪਰ ਜਦ ਤੱਕ ਆਪਾਂ ਖਿਆਲ ਨਹੀਂ ਕਰਾਂਗੇ ਕਿ ਬਈ ਆਫਟਰ ਆਲ ਇਟ ਡਜ਼ਨਟ ਐਂਡ ਦੇਅਰ, ਕਿ ਗਾਂਧੀਗਿਰੀ ਨਹੀਂ ਕਰ ਰਹੇ ਹੈਗੇ, ਇਟ ਇਜ਼ ਦ ਡੈਸਪਰੇਸ਼ਨ ਕਹਿ ਲਓ, ਜਾਂ ਉਹਨਾਂ ਦੀ ਇੰਨੀ ਫਰਸਟ੍ਰੇਸ਼ਨ ਹੋ ਚੁੱਕੀ ਹੈ ਉਹ ਸੋਚਦੇ ਕਿ ਯਾਰ ਇਸ ਤਰ੍ਹਾਂ ਹੀ ਕਰ ਲਓ, ਹੋਰ ਕਿਆ ਲੋਕਾਂ ਨੂੰ ਕੋਈ ਫਾਇਦਾ ਤਾਂ ਹੋਏ। ਮਤਲਬ ਕਹਿੰਦਾ ਕਿ ਲੋਕਾਂ ਨੂੰ ਵੀ ਸਮਝਣਾ ਹੈਗਾ ਕਿ ਵੀ ਕਿਸਾਨ ਇੰਨੀ ਦਿੱਕਤ ਵਿੱਚ ਕਿਉਂ ਜਾ ਰਹੇ ਹੈਗੇ। ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਟਮਾਟਰ ਦੇ ਭਾਅ ਪੜਦੇ ਹੈਗੇ, ਅਗਰ 20 ਤੋਂ 40 ਹੋ ਜਾਣ ਤਾਂ ਅਸੀਂ ਹੰਗਾਮਾ ਕਰਦੇ ਹੈਗੇ ਹਾਂ। ਐਂਡ ਹੋਰ ਕਿਸੇ ਚੀਜ਼ 'ਤੇ ਅੱਜ ਤੱਕ ਕਦੀ ਅਸੀਂ ਹੰਗਾਮਾ ਕੀਤਾ ਹੈਗਾ। ਐਂਡ ਵੀ ਆਰ ਬਿੰਗ ਆਈ ਵੁੱਡ ਕਾਲ ਇਟ ਕਿ ਇਕਨੋਮਿਕਸ ਡਿਜ਼ਾਈਨ ਦਾ ਲੂਟ ਕਰ ਰਿਹਾ। ਤੁਸੀਂ ਮੈਨੂੰ ਦੱਸੋ ਡਾਇਨਾਮਿਕ ਪ੍ਰਾਈਸ, ਵਾਟ ਇਜ਼ ਡਾਇਨਾਮਿਕ ਪ੍ਰਾਈਸ? ਏਅਰਲਾਈਨ ਤੁਹਾਨੂੰ ਸਡਨਲੀ ਤੁਸੀਂ ਇੱਕ ਏਅਰਲਾਈਨ ਬੰਦ ਹੁੰਦੀ ਹੈ, ਤੁਸੀਂ ਉੱਥੋਂ ਦੂਜੀ ਟਿਕਟ ਖਰੀਦਣੀ ਹੈਗੀ ਹੈ, ਉਹ ਤੁਹਾਨੂੰ ਇੰਨਾ ਪੈਸਾ ਸ਼ੈਲ ਆਊਟ ਕਰਨਾ ਪਏਗਾ ਕਿ ਤੁਹਾਡਾ ਸਾਲ ਦਾ ਜਿਹੜਾ ਆਪਣਾ ਕਿਚਨ ਦਾ ਖਰਚਾ ਹੈ ਉਹ ਕਵਰ ਅਪ ਹੋ ਜਾਂਦਾ ਹੈ। ਪਰ ਉਹ ਇਨਫਲੇਸ਼ਨ ਨਹੀਂ ਗਿਣੀ ਜਾਂਦੀ। ਟਿਕਟ 1000 ਤੋਂ 2000 ਤੱਕ ਮਿਲਦੀ ਸੀ ਤਾਂ ਵੀ ਲੋਕੀ ਘਬਰਾਉਂਦੇ ਸੀ। ਅੱਜ 6-6000 ਆਰਾਮ ਨਾਲ ਮਿਲਦੀ ਹੈ, ਕੋਈ ਚੂ ਨਹੀਂ ਕਰਦਾ। ਇੱਕ ਤਾਂ ਇਹ ਗੱਲ ਹੈ, ਲੇਕਿਨ ਕਿਸ ਦਿਨ ਤੁਹਾਡੀ ਇੱਕ ਫਲਾਈਟ ਕੈਂਸਲ ਹੋ ਜਾਏ ਔਰ ਤੁਹਾਨੂੰ ਉੱਥੇ ਕਿਤੇ ਸਪੌਟ ਤੇ ਦੂਜੀ ਟਿਕਟ ਖਰੀਦਣੀ ਪੈ ਜਾਏ, ਤੁਹਾਨੂੰ 25000 ਵੀ ਦੇਣਾ ਪਏਗਾ, ਤੁਸੀਂ ਦੇ ਦਿੰਦੇ ਹੋ। ਕਦੇ ਨਹੀਂ ਕੋਈ ਕਹਿੰਦਾ ਕਿ ਇਹ ਇਨਫਲੇਸ਼ਨ ਹੈ। ਲੇਕਿਨ ਟਮਾਟਰ ਦਾ ਭਾਅ ਅਗਰ 20 ਰੁਪਏ ਤੋਂ 40 ਰੁਪਏ ਹੋ ਜਾਂਦਾ ਤਾਂ ਉਹ ਇਨਫਲੇਸ਼ਨ ਹੋ ਜਾਂਦੀ ਹੈ। ਸੋ ਦੀ ਪੁਆਇੰਟ ਆਮ ਸੇਇੰਗ ਲੁੱਕ ਐਟ ਦੀ ਨੈਰੇਟਿਵ, ਬੜਾ ਕਲੈਵਰਲੀ ਬਣਾਇਆ ਗਿਆ ਹੈਗਾ। ਹੁਣ ਤੁਸੀਂ ਟੈਕਸੀ ਵਿੱਚ ਬੈਠੇ ਹੋਗੇ, ਉਬਰ ਹੋਏ, ਓਲਾ ਹੋਏ, ਹਾਂਜੀ, ਤੁਹਾਡੇ ਵਿੱਚ ਹੀ ਰਸਤੇ 'ਚ ਆ ਜਾਂਦਾ ਕਿ ਇਹ ਸਰਜ ਪ੍ਰਾਈਸ ਹੋ ਗਿਆ। ਹਾਂਜੀ, ਤੁਸੀਂ ਲਈ ਟੈਕਸੀ 100 ਰੁਪਏ ਦੀ ਸੀ, ਤੁਹਾਡੀ 400, 4 ਗੁਣਾ ਵਧਾ ਸਕਦੇ ਆ, 400 ਰੁਪਏ ਹੋ ਗਈ। ਤੁਸੀਂ ਕਦੇ ਸਵਾਲ ਕੀਤਾ? ਲੇਕਿਨ ਟਮਾਟਰ ਦਾ ਭਾਅ ਅਗਰ 20 ਤੋਂ 40 ਹੋ ਗਿਆ, ਆਲੂ ਦਾ ਭਾਅ ਅਗਰ 50 ਤੋਂ 100 ਵੀ ਹੋ ਗਿਆ, ਇੱਥੇ ਤਾਂ ਹਾਹਾਕਾਰ ਹੋ ਜਾਂਦਾ, ਹਾਏ ਹਾਏ ਇੰਨੀ ਮਹਿੰਗਾਈ ਹੋ ਗਈ। ਔਰ ਉਹੀ ਲੋਕ ਜ਼ਿਆਦਾ ਬੋਲਦੇ ਹੈਗੇ ਜਿਹੜੇ ਕਿ ਇਹ ਸਾਰੇ ਕੁਝ ਵੈਰੀ ਕੰਫਰਟੇਬਲੀ ਪੇ ਕਰਨ ਨੂੰ ਤਿਆਰ ਹੁੰਦੇ ਹੈਗੇ ਡਾਇਨਾਮਿਕ ਪ੍ਰਾਈਸਿੰਗ। ਮੇਰਾ ਮਤਲਬ ਹੈ ਕਿ ਇਹ ਦੇਖੋ ਕਿੰਨਾ ਹੁਸ਼ਿਆਰੀ ਨਾਲ ਬਣਾਏ ਗਏ ਹੈਗੇ ਇਹ ਨੈਰੇਟਿਵ ਹੈ। ਮੈਂ ਕਿਸੇ ਆਪਣੀ ਫਰੈਂਡ ਨਾਲ ਗੱਲ ਕਰ ਰਹੀ ਸੀ ਜੋ ਚੰਡੀਗੜ੍ਹ ਵਿੱਚ ਰਹਿਣ ਵਾਲੀ ਹੈ, ਤੇ ਕਿਸਾਨ ਅੰਦੋਲਨ ਦੀ ਗੱਲ ਕੋਈ ਕਹਿੰਦੇ ਤੂੰ ਤਾਂ ਐਵੇਂ ਤੁਰੀ ਫਿਰਦੀ ਸੀਗੀ, ਤੇ ਉਹਨਾਂ ਨੇ ਕਿੰਨੀ ਐਸ਼ ਕੀਤੀ, ਦੇਖੀ ਕਿੰਨੀਆਂ ਉਹਨਾਂ ਦੀਆਂ ਲੱਗੀਆਂ ਹੋਈਆਂ ਸੀਗੀਆਂ ਲੱਤਾਂ ਮਸਾਜ ਕਰਨ ਵਾਲੀਆਂ ਮਸ਼ੀਨਾਂ। ਅਸੀਂ ਬੰਦਾ ਕਿੰਨਾ ਸੀਗਾ ਜੇ 30 ਕਹਿੰਦੇ ਨਹੀਂ 40 ਤੋਂ ਵੱਧ ਸੀਗਾ। ਅੱਛਾ ਚਲ 50 ਮਸ਼ੀਨਾਂ ਵੀ ਤੂੰ ਲਾ ਲੈ, 100 ਮਸ਼ੀਨਾਂ ਵੀ ਲਾ ਲੈ। ਜੇ ਲੱਖਾਂ ਬੰਦਿਆਂ ਨੂੰ ਜੇ ਥੋੜੀ ਜਿਹੀ ਆਰਾਮ ਮਿਲ ਗਿਆ ਤੁਹਾਨੂੰ ਚੁੱਭਦਾ ਕਿਉਂ ਹੈ? ਜੀ ਉਹ ਨੈਰੇਟਿਵ ਮਤਲਬ ਜਿਹੜਾ ਬੰਦਾ ਪੰਜਾਬ ਵਿੱਚ ਰਹਿ ਰਿਹਾ, ਮਤਲਬ ਚੰਡੀਗੜ੍ਹ ਵਿੱਚ ਰਹਿ ਰਿਹਾ, ਉਹ ਨਹੀਂ ਸਮਝ ਪਾ ਰਿਹਾ, ਤੇ ਵੱਡੇ ਮੈਟਰੋ ਵਾਲਾ ਤਾਂ ਕਦੀ ਨਹੀਂ ਸਮਝ ਪਾਏਗਾ। ਜਿਹਨੇ ਦੇਖਿਆ ਆਪਣੇ ਸਾਹਮਣੇ ਅੰਦੋਲਨ ਜੰਮਦਾ, ਉਹ ਵੀ ਨਹੀਂ ਸਮਝ ਪਾ ਰਿਹਾ।
ਸੋ ਇੰਨਾ ਵੀ ਸਾਡਾ ਕਨੈਕਟ ਨਹੀਂ ਹੈ ਕਿਸੇ ਚੰਡੀਗੜ੍ਹ ਤੋਂ ਇੰਨਾ ਜਿਹਾ ਡਿਸਟੈਂਸ ਟਰੈਵਲ ਕਰਕੇ ਸਾਡੇ ਸਾਹਮਣੇ ਟਰਾਲੀਆਂ ਨਿਕਲ ਰਹੀਆਂ ਉਹਨਾਂ ਨਾਲ ਗੱਲ ਕਰ ਲਈਏ ਅਸੀਂ। ਪਰ ਜਿਹੜਾ ਮੀਡੀਆ ਦਿੱਲੀ ਆ ਬੰਬੇ ਚੱਲਦਾ ਉਹਦੀ ਗੱਲ ਮੰਨਦੇ ਆ ਕਿ ਹਾਂ ਇਹ ਕਿਸਾਨ ਐਸ਼ ਕਰ ਰਹੇ ਸੀ ਸੜਕਾਂ ਤੇ। ਇਹਦਾ ਕੋਈ ਹੁਣ ਕਿਆ ਅਸੀਂ ਕਰ ਸਕਦੇ, ਜੋ ਤੁਸੀਂ ਗੱਲ ਦੱਸ ਰਹੇ ਹੋ ਕਿ ਡਿਸਕਨੈਕਟ ਇੰਨਾ ਜ਼ਬਰਦਸਤ ਹੈਗਾ, ਔਰ ਡਿਸਕਨੈਕਟ ਇਸ ਕਰਕੇ ਵੀ ਹੈ ਕਿ ਤੁਸੀਂ, ਮੈਂ ਕਈ ਇੱਕ ਦੋ ਐਂਕਰਸ ਨੂੰ ਪੁੱਛਿਆ ਹੈਗਾ, ਐਂਡ ਆਈ ਡੋਂਟ ਵਾਂਟ ਟੂ ਨੇਮ ਐਨੀਵਨ, ਉਹ ਮੈਨੂੰ ਪੁੱਛਿਆ ਕਿ ਤੁਸੀਂ ਪਿੰਡ ਕਦ ਗਏ ਸੀਗੇ। ਯੂ ਵਿਲ ਬੀ ਸਰਪ੍ਰਾਈਜ਼, ਦੋ ਨੂੰ ਪੁੱਛਿਆ ਸੀਗਾ, ਆਈ ਐਮ ਨੋਟ ਸੇਇੰਗ ਕਿ ਮੈਂ ਸਭ ਦੀ ਗੱਲ ਕਰ ਰਿਹਾ, ਦੋ ਨੇ ਮੈਨੂੰ ਕਿਹਾ ਕਿ 15 ਸਾਲ ਹੋ ਗਏ ਹੋਣੇ। ਮੈਂ ਕਿ ਕਿਸ ਵਾਸਤੇ ਗਏ ਸੀ, ਕਿਸੇ ਦੀ ਸ਼ਾਦੀ ਸੀਗੀ, ਉਹ ਮੇਰੀ ਨਾਨੀ ਲੱਗੀ ਸੀ, ਕੋਈ ਮਾਸੀ ਲੱਗੀ ਸੀ, ਦਿਸ ਕਾਈਂਡ ਆਫ ਆਂਸਰਸ ਆਈ ਗॉट। ਦੀ ਪੁਆਇੰਟ ਆਮ ਟਰਾਈਂਗ ਟੂ ਮੇਕ ਇਸ ਇੰਨਾ ਬੜਾ ਡਿਸਕਨੈਕਟ ਹੈਗਾ, ਔਰ ਇਹੀ ਲੋਕ ਰੋਜ਼ਾਨਾ ਤੁਹਾਨੂੰ ਦੱਸਦੇ ਹੈਗੇ ਕਿ ਵਿਦੇਸ਼ ਵਿੱਚ ਕੀ ਹੋ ਰਿਹਾ ਹੈਗਾ। ਨਥਿੰਗ ਰੋਂਗ ਇਨ ਦੈਟ, ਬਟ ਮਾਈ ਪੁਆਇੰਟ ਇਜ਼ ਕਿ ਇਹ ਜਿਹੜੀ ਚੀਜ਼ਾਂ ਜਿਹਨਾਂ ਨੂੰ ਬਾਰੇ ਪਤਾ ਹੀ ਨਹੀਂ ਹੈਗਾ, ਐਂਡ ਆਈ ਡੋਂਟ ਬਲੇਮ ਦਮ ਓਨਲੀ। ਤੁਸੀਂ ਯੂਨੀਵਰਸਿਟੀ ਜਾ ਕੇ ਪੁੱਛ ਲਓ ਅੱਜ ਕੱਲ੍ਹ ਕਿ ਤੁਸੀਂ ਪਿੰਡ ਵਿੱਚ ਕਦ ਗਏ ਸੀਗੇ, ਯੂ ਵਿਲ ਬੀ ਸਰਪ੍ਰਾਈਜ਼ ਉੱਥੇ ਕਿ ਤੁਹਾਨੂੰ ਜੌਬ ਕੀ ਮਿਲੇਗਾ। ਐਗਰੀਕਲਚਰ ਯੂਨੀਵਰਸਿਟੀ ਮੈਂ ਇੰਸਟੀਚਿਊਟ ਕਰ ਗਿਆ ਪੂਸਾ ਦਾ ਜਿਹੜਾ ਹੈਗਾ, ਮੈਂ ਉੱਥੇ ਇੱਕ ਵਾਰ ਇੱਕ ਸਾਇੰਟਿਸਟ ਨੂੰ ਪੁੱਛ ਲਿਆ ਕਿ ਭਾਈ ਸਾਹਿਬ ਤੁਸੀਂ ਪਿੰਡ ਕਦ ਗਏ ਸੀਗੇ, ਐਂਡ ਯੂ ਵਿਲ ਬੀ ਸ਼ੌਕਡ ਵੈਨ ਹੀ ਟੋਲਡ ਮੀ ਕਿ 22 ਸਾਲ ਤੋਂ ਹੋ ਗਏ ਹੋਣੇ, 20-22 ਸਾਲ। ਜੇ ਅਸੀਂ what do you ਆਪਣੇ do? ਇਕਨੋਮਿਸਟ ਦੀ ਗੱਲ ਕਰੀਏ ਜੋ ਕਹਿੰਦਾ ਹੈ ਕਿ 32 ਰੁਪਏ ਰੋਜ਼ ਤੁਸੀਂ ਤੁਹਾਡੀ ਆਮਦਨ ਹੋ ਤਾਂ ਪੈਨੀ ਮੂਵਲਾਂਗ ਤਾਂ ਹੋਣਾ। ਜਦ ਤੁਸੀਂ ਗੱਲ ਕਰ ਰਹੇ ਹੋ, ਮੈਨੂੰ ਯਾਦ ਹੈ ਜਦ ਇੱਕ ਇਸ਼ੂ ਬਣਿਆ ਸੀਗਾ ਜਦ ਪਾਵਰਟੀ ਲਾਈਨ ਦਾ, ਉਸ ਟਾਈਮ ਮੈਂ ਇੱਕ ਵਾਰੀ ਇੱਕ ਟੈਲੀਵਿਜ਼ਨ 'ਤੇ ਇੱਕ ਮੈਂ ਗੱਲ ਕਹੀ ਸੀਗੀ, ਇੱਕ ਸ਼ੋਅ 'ਚ ਮੈਂ ਸੀਗਾ, ਉੱਥੇ ਮੈਂ ਗੱਲ ਕਹੀ, ਉਹਨਾਂ ਨੇ ਮੈਨੂੰ ਇੱਕ ਸਵਾਲ ਪੁੱਛਿਆ ਕਿ ਬਈ ਜਿਹੜਾ ਪਾਵਰਟੀ ਲਾਈਨ ਹੈਗੀ ਆ ਉਸ ਟਾਈਮ 18 ਰੁਪਏ ਦੇ ਆਸ-ਪਾਸ ਸੀ ਪਾਵਰਟੀ। ਮੈਂ ਕਿਹਾ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਹੜੇ ਇਕਨੋਮਿਸਟ ਹੋਣਗੇ ਜਿਨ੍ਹਾਂ ਨੇ ਇਹ 18 ਰੁਪਏ 'ਤੇ ਐਗਰੀ ਕੀਤਾ ਹੈਗਾ। ਐਂਡ ਇਟ ਇਜ਼ ਨਾਟ ਨਾਓ, ਉਹ ਤੋਂ ਪਹਿਲੇ ਵੀ ਤੁਸੀਂ ਦੇਖ ਲਓ ਬੜੇ ਜਾਣੇ ਮਾਨੇ ਨਾਮ ਜਿਹੜੇ ਹੈਗੇ ਪਾਵਰਟੀ ਲਾਈਨ ਨਾਲ ਜੁੜੇ ਰਹੇ ਹੈਗੇ। ਜਿਹੜਾ ਸੈੱਟ ਕਰਦਾ ਉਹਨੂੰ ਰਹਿਣਾ ਚਾਹੀਦਾ ਹੈ, ਇੱਕ ਦਿਨ ਤਾਂ ਉਹਨਾਂ ਜਿਸ ਤਰ੍ਹਾਂ ਅਮਿਤਾਭ ਬੱਚਨ ਕਹਿੰਦੇ ਨਾ ਕਿ 7 ਦਿਨ ਤੋਂ ਗੁਜ਼ਾਰੋ, ਹਫਤਾ ਤੋਂ ਗੁਜ਼ਾਰੋ ਗੁਜਰਾਤ ਮੇਂ, ਆਈ ਥਿੰਕ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਘੱਟ ਤੋਂ ਘੱਟ ਇੱਕ ਦਿਨ ਤਾਂ ਰਹਿ ਕੇ ਦਿਖਾ ਦਿਓ ਉਸ ਪਾਵਰਟੀ ਲਾਈਨ 'ਚ, ਬਿਲਕੁਲ ਠੀਕ ਕਹਿ ਰਹੇ ਤੁਸੀਂ। ਔਰ ਹੁਣ ਦੀ ਜਿਹੜੀ ਪਾਵਰਟੀ ਲਾਈਨ ਬਣ ਰਹੀ ਹੈਗੀਆਂ ਜਾਂ ਰੀਡਿਜ਼ਾਈਨ ਹੋ ਰਹੀਆਂ ਜਾਂ ਰੀਵਰਕ ਹੋ ਰਹੀ ਹੈ, ਹੁਣ ਤੁਸੀਂ ਦੇਖੋ ਨਾ $1.9 ਗਲੋਬਲੀ ਮੰਨਿਆ ਗਿਆ ਹੈਗਾ ਇਜ਼ ਦੀ ਐਕਿਊਟ ਪਾਵਰਟੀ ਲਾਈਨ, ਐਕਿਊਟ ਪਾਵਰਟੀ ਦਾ ਇੱਕ ਹੈਗਾ। ਹਾਂਜੀ 1.9। ਆਈ ਵਾਜ਼ ਰੀਡਿੰਗ ਵਨ ਆਫ ਦ ਇਕੋਨੋਮਿਸਟ ਜੋ ਉਸ ਗੱਲ ਨੂੰ ਚੈਲੰਜ ਕਰਦੇ ਹੈ, ਉਹ ਕਹਿੰਦੇ ਕਿ $1.9 ਵਾਜ਼ ਐਕਚੁਅਲੀ ਦ ਕਾਈਂਡ ਆਫ ਇਨਕਮ ਦੈਟ slaves were getting। ਉਸ ਤੋਂ ਤੁਸੀਂ ਲੈ ਕੇ ਦੇਖੋ, ਉਸ ਟਾਈਮ $1.9 ਸੀਗਾ, ਅੱਜ ਵੀ ਤੁਸੀਂ $1.9 ਤੇ ਹੋ। ਸੋ ਇਟ ਟੈਲਸ ਯੂ ਕਲੀਅਰਲੀ ਕਿ ਬਈ ਤੁਸੀਂ 1.9 का ਤੁਸੀਂ 1 ਕਰ ਦਿਓ, ਤੁਹਾਡੀ ਪਾਵਰਟੀ ਲਾਈਨ ਹੋਰ ਖਤਮ ਹੋ ਜਾਏਗੀ। ਐਂਡ ਦੈਟ ਆਈ ਰਿਮੈਂਬਰ ਇੰਡੀਆ 'ਚ ਵੀ ਸਾਡੇ ਇਕੋਨੋਮਿਸਟ ਕਹਿੰਦੇ ਆ ਜੀ ਕਿ ਇੰਡੀਆ ਦੀ ਪਾਵਰਟੀ ਲਾਈਨ ਬਹੁਤ ਹੁਣ ਘੱਟ ਹੋ ਗਈ ਹੈ ਬਿਕਾਜ਼ ਪੂਅਰ ਚਲੇ ਗਏ ਹੈਗੇ, ਦੇ ਹੈਵ ਆਲ ਮੂਵਡ ਆਊਟ ਆਫ ਦੈਟ, ਮੈਜੋਰਿਟੀ ਜਿਹੜੀ ਹੈ ਮੂਵ ਆਊਟ ਕਰ ਗਈ ਹੈ। ਮੈਨੂੰ ਯਾਦ ਇੱਕ ਸਾਡੇ ਇਕੋਨੋਮਿਸਟ ਹੈਗੇ, ਉਹਨਾਂ ਨੇ ਇੱਕ ਲਿਖਿਆ ਸੀਗਾ ਤੇ ਨਾ, ਆਈ ਰੋਟ ਐਨ ਆਰਟੀਕਲ, ਆਈ ਕਾਲਡ ਇਟ ਦ ਐਲਜੈਬਰਾ ਆਫ ਪਾਵਰਟੀ। ਤੁਹਾਨੂੰ ਜ਼ਿਆਦਾ ਦੇਖਣ ਦੀ ਜ਼ਰੂਰਤ ਨਹੀਂ ਹੈ ਪਾਵਰਟੀ ਅਸੈਸ ਕਰਨ ਦੀ, ਤੁਸੀਂ ਰੇਲਵੇ ਪਲੇਟਫਾਰਮ 'ਤੇ ਖੜੇ ਹੋ ਜਾਓ, ਜਦ ਲੰਬੀ ਡਿਸਟੈਂਸ ਤੋਂ ਜਿਹੜੀ ਗੱਡੀ ਆਉਂਦੀ ਹੈ, ਆਈ ਐਮ ਨਾਟ ਟਾਕਿੰਗ ਰਾਜਧਾਨੀ, ਬਾਕੀ ਜਿਹੜੀ ਗੱਡੀਆਂ ਆਉਂਦੀਆਂ, ਤੁਸੀਂ ਖੜੇ ਹੋ ਕੇ ਦੇਖੋ ਸੀ ਉੱਥੇ ਜਿਹੜੀ ਪਾਪੂਲੇਸ਼ਨ ਉਤੋਂ ਨਿਕਲਦੀ ਹੈਗੀ ਹੈ, ਯੂ ਵਿਲ ਗੈਟ ਐਨ ਆਈਡੀਆ ਆਫ ਕਿ ਸਾਡੀ ਕੰਟਰੀ ਵਿੱਚ ਪਾਵਰਟੀ ਲਾਈਨ ਕਿੱਥੇ ਹੈਗੀ ਹੈ। ਸੋ ਦੈਟ ਇਜ਼ ਦ ਐਲਜਬਰਾ ਆਫ ਪਾਵਰਟੀ। ਬਟ ਯੈਸ ਯੂ ਆਰ ਰਾਈਟ, ਦ ਪੁਆਇੰਟ ਇਜ਼ ਅਗੇਨ ਉੱਥੇ ਅਸੀਂ ਆ ਜਾਂਦੇ ਹਾਂ ਕਿ ਜਿਹੜੀ ਸੋਚ ਹੈਗੀ ਆ ਉਹ ਇਸ ਤਰ੍ਹਾਂ ਬਿਲਡਅਪ ਕੀਤੀ ਗਈ ਹੈਗੀ ਹੈ ਕਿ ਵੀ ਆਰ ਦ ਡਿਸਕਨੈਕਟ ਇੱਕ ਤਾਂ ਕਲੀਅਰ ਹੈਗਾ। ਸੈਕੰਡਲੀ ਅਸੀਂ ਇਹ ਸੋਚਦੇ ਹਾਂ ਕਿ ਦਿਸ ਇਜ਼ ਅ ਬਰਡਨ ਦੈਟ ਵੀ ਆਰ ਕੈਰਿੰਗ, ਸੋ ਦਿਸ ਬਰਡਨ ਹੈਜ਼ ਟੂ ਗੋ। ਹੁਣ ਇਹ ਕਿਸਾਨ ਇੱਕ ਟਾਈਮ 'ਤੇ ਮੁੱਛਾਂ ਉਹਦੇ ਉੱਪਰ ਹੁੰਦੀ ਸੀਗੀਆਂ, ਇਟ ਵਾਜ਼ ਸਿੰਬਲ ਆਫ ਪ੍ਰਾਈਡ ਕਿ ਟਰੈਕਟਰ 'ਤੇ ਬੈਠਾ ਹੈਗਾ। ਅੱਜ ਉਹੀ ਜਿਹੜਾ ਕਿਸਾਨ ਹੈਗਾ, ਹੀ ਹੈਜ਼ ਬਿਕਮ ਅ ਬਰਡਨ ਔਨ ਦੀ ਨੇਸ਼ਨ। ਔਰ ਬਰਡਨ ਕਿਸਾਨ ਇਹ ਮਤਲਬ ਦੇਸ਼ ਇੰਨਾ ਚਾਹੁੰਦਾ ਹੈਗਾ ਕਿ ਇਸ ਬਰਡਨ ਨੂੰ ਜਿੰਨੀ ਜਲਦੀ ਉਤਾਰਿਆ ਜਾਏ ਉਨਾ ਅੱਛਾ ਹੈ। ਦ ਪੁਆਇੰਟ ਆਈ ਐਮ ਟਰਾਈਂਗ ਟੂ ਮੇਕ ਇਜ਼ ਵੀ ਡੋਂਟ ਵਾਂਟ ਟੂ ਬ੍ਰਿੰਗ ਹਿਮ ਟੂ ਦੈਟ ਲੈਵਲ ਜਿਹਦੇ ਵਿੱਚ ਉਹ ਵੀ ਸਾਡੇ ਨਾਲ ਬੈਠ ਜਾਏ ਜਾਂ ਸਾਡੇ ਨਾਲ ਖੜਾ ਹੋ ਜਾਏ। ਦੈਟ ਆਈ ਥਿੰਕ ਇਜ਼ ਦ ਬਿਗਰ ਚੈਲੰਜ ਦੈਟ ਵੀ ਹੈਵ। ਸਿੰਦਰ ਜੀ, ਅੱਜ ਕੱਲ੍ਹ ਫਿਰ ਇੱਕੋ ਸੋਚ, ਜਿਵੇਂ ਕਹਿੰਦੇ ਜਿਵੇਂ ਪਹਿਲੇ ਸਰਕਾਰ ਨੇ ਬੜੀ ਜਲਦੀ ਫੈਸਲਾ ਕਰ ਲਿਆ, ਹੁਣ ਖੇਤੀ ਕਾਨੂੰਨਾਂ ਬਾਰੇ ਜਿਵੇਂ ਕਿਹਾ ਜਾ ਰਿਹਾ ਹੈ ਕਿ ਦੇਖੋ ਜੀ ਜੇ ਇਹ ਕਾਨੂੰਨ ਆਏ ਹੁੰਦੇ ਤਾਂ ਤੁਹਾਨੂੰ ਯੂਕਰੇਨ ਵੀਟ ਕਣਕ ਵੇਚਣ ਦੇ ਤੋਂ ਰੋਕ ਦੇਣਾ। ਦੂਜੇ ਪਾਸੇ ਕਿਸਾਨਾਂ ਨੂੰ ਪ੍ਰਾਈਵੇਟ ਮੰਡੀਆਂ ਮਿਲ ਰਹੀਆਂ ਤਾਂ ਉਹਨਾਂ ਨੂੰ ਥੋੜ੍ਹੀ ਸਹੂਲਤ ਮਿਲ ਰਹੀ ਹੈ, ਉਹ ਥੋੜ੍ਹਾ ਜਿਹਾ ਪੱਖੇ ਨੀਚੇ ਬੈਠਣ ਨੂੰ, ਜਿੱਥੇ ਚੱਲਦਾ ਪਿਆ ਸਭ ਕੁਝ ਠੀਕ ਹੈ, ਸਹੂਲਤ ਹੈਗੀ, ਈਜ਼ ਆਫ ਫਾਰਮਿੰਗ ਹੈਗੀ ਹੈ, ਉਹ ਵੀ ਲੈਣ ਨੂੰ ਤਿਆਰ ਹੈ। ਸੋ ਉਹੀ ਹੋਣਾ ਜਿਵੇਂ ਕਿ ਵੀ ਮੁਰਗੀ ਪਹਿਲੇ ਜਾਂ ਅੰਡਾ ਮੁਰਗੀ, ਜੇ ਇੱਕ ਇਹੋ ਜਿਹਾ ਨੈਰੇਟਿਵ ਫਿਰ ਬਣਾ ਦਿੱਤਾ ਗਿਆ ਕਿ ਵੀ ਨਹੀਂ ਉਹ ਕਾਨੂੰਨ ਠੀਕ ਹੀ ਸੀਗੇ, ਦੁਬਾਰਾ ਆ ਗਏ, ਡੂ ਯੂ ਥਿੰਕ, ਬਿਕੋਜ਼ ਮੈਨੂੰ ਪਤਾ ਤੁਹਾਡਾ ਤੇ ਸਟੈਂਡ ਨਹੀਂ ਅਜੇ ਵੀ ਬਦਲਿਆ ਕਿ ਤੁਸੀਂ ਮੰਨਦੇ ਹੋ ਕਿ ਕਾਨੂੰਨ ਨਹੀਂ ਠੀਕ ਸੀਗੇ, ਡੂ ਯੂ ਥਿੰਕ ਅੱਜ ਸਾਡੀ ਕਿਸਾਨੀ ਜਾਂ ਸਾਡੇ ਕੋਲ ਇਹੋ ਜਿਹੇ ਲੀਡਰਸ ਨੇ ਜਿਹੜੇ
ਉਹ ਸਾਹਮਣੇ ਫਿਰ ਖੜੇ ਹੋ ਪਾਣਗੇ। ਤੁਹਾਡਾ ਸਵਾਲ ਜਿਹੜਾ ਹੈਗਾ ਤੁਸੀਂ ਉਹਦਾ ਜਵਾਬ ਜੋ ਬੜਾ ਅੱਛਾ ਦਿੱਤਾ ਹੈਗਾ, ਦੀ ਜਵਾਬ ਮੇਰੇ ਸਾਹਮਣੇ ਹੈ ਕਿ ਕਿਆ ਉਹ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਉਸਨੂੰ ਉਹਨੂੰ ਖੜਾ ਹੋ ਕੇ ਚੈਲੰਜ ਕਰ ਪਾਏਗੀ ਜਾਂ ਉਸਨੂੰ ਮਤਲਬ ਜਾਂ ਲੈਟਸ ਸੇ ਕਿ ਉਹ ਰੀਬਿਲਡ ਕਰ ਪਾਏਗੀ ਇੱਕ ਤਰ੍ਹਾਂ ਦਾ ਜਿਹੜਾ ਨੈਰੇਟਿਵ ਹੈਗਾ ਜਿਹਨੂੰ ਚੈਲੰਜ ਕਰਨ ਦੀ ਜ਼ਰੂਰਤ ਹੈਗੀ ਹੈ ਨਾ, ਦੈਟ ਇਜ਼ ਅ ਬਿਗਰ ਚੈਲੰਜ। ਲੇਕਿਨ ਮੇਰਾ ਇਹ ਸੋਚਣਾ ਹੈਗਾ ਕਿ ਉਹ ਲੀਡਰਸ਼ਿਪ ਨੂੰ ਵੀ ਕਦੀ ਸੋਚਣਾ ਪਏਗਾ ਕਿਸਾਨਾਂ ਦੀ ਕਿ ਵੀ ਐਵਰੀਥਿੰਗ ਯੂ ਡੋਂਟ ਹੈਵ ਟੂ ਆਨਸਰ, ਐਵਰੀਥਿੰਗ ਯੂ ਡੋਂਟ ਨੋ ਦੀ ਆਨਸਰਸ ਆਲਸੋ। ਸਾਨੂੰ ਇੱਕ ਚੀਜ਼ ਹੈ ਕਿ ਵੀ ਸ਼ੁੱਡ ਡਰਾ ਜਿਹੜੀ ਸਟਰੈਂਥ ਹੈਗੀ ਹੈ ਫਰੋਮ ਅਦਰ ਵੋਇਸਿਸ ਇਨ ਦੀ ਸੋਸਾਇਟੀ, ਜੋ ਅਸੀਂ ਨਹੀਂ ਕੀਤੀ ਹੈਗੀ ਹੈ। ਆਈ ਥਿੰਕ ਦੈਟ ਇਜ਼ ਵੇਅਰ ਦੀ ਗੈਪ ਲਾਈ। ਸਾਰੇ ਇਕੱਠੇ ਮਤਲਬ ਇਹ ਨਹੀਂ ਕਿ ਸਾਰੇ ਲੀਡਰਸ਼ਿਪ ਇਕੱਠੀ ਹੋਏ, ਕਿਸਾਨਾਂ ਦੇ ਨੇਤਾ ਹੀ ਇਕੱਠੇ ਹੋ ਕੇ ਬੈਠਣ। ਆਈ ਥਿੰਕ ਦੇਰ ਆਰ ਲੋਟਸ ਆਫ ਪੀਪਲ ਇਨ ਦਿਸ ਕੰਟਰੀ ਜੋ ਇੱਕ ਉਹਦੀ ਸਟਰੈਂਥ ਹੋਏਗੀ, ਇੱਕ ਦੂਜੀ ਕਿਤੇ ਹੋਰ ਦੀ ਸਟਰੈਂਥ ਹੋਏਗੀ। ਆਈ ਥਿੰਕ ਇਟਸ ਟਾਈਮ ਟੂ ਪੁੱਟ ਦੈਮ ਆਲ ਟੂਗੇਦਰ। ਮੈਂ ਇਸ ਕਰਕੇ ਕਹਿ ਰਿਹਾ ਜਿਹੜਾ ਤੁਸੀਂ ਨੈਰੇਟਿਵ ਬਦਲਣ ਦੀ ਜਿਹੜੀ ਗੱਲ ਕਰ ਰਹੇ ਹੋ ਇਹ ਹੋ ਰਿਹਾ। ਮੈਨੂੰ ਵੀ ਸਵਾਲ ਪੁੱਛੇ ਗਏ ਹੈ ਕਿ ਤੁਸੀਂ ਜਿਹੜੇ ਲਾਜ਼ ਨੂੰ ਕਰਨੇ ਸੀਗੇ ਕਿ ਵਿਡਰਾ ਹੋ ਗਏ। ਮੈਂ ਹਾਲੇ ਵੀ ਕਹਿਣਾ ਕਿ ਲਾਅ ਵਿਡਰਾ ਹੋ ਗਏ, ਬਹੁਤ ਅੱਛਾ ਹੋਇਆ ਦੇਸ਼ ਵਾਸਤੇ। ਇਮੈਜਿਨ ਕਰੋ ਕਿ ਅਗਰ ਇਹ ਕੰਪਨੀਆਂ ਨੂੰ ਇਸ ਟਾਈਮ ਕਿਹਾ ਹੁੰਦਾ ਕਿ ਤੁਸੀਂ ਹੋਰਡਿੰਗ ਕਰ ਲਓ, ਤੁਸੀਂ ਸਟਾਕ ਕਰ ਲਓ, ਤੁਹਾਨੂੰ ਤਾਂ ਕਿਚਨ ਦਾ ਵੀ ਚੜਾ ਬਜਟ ਖਰਾਬ ਹੋ ਜਾਣਾ ਸੀਗਾ। ਅਗਰ ਤੁਸੀਂ ਇਸ ਟਾਈਮ ਤੇ ਪ੍ਰਾਈਵੇਟ ਕੰਪਨੀਆਂ ਬੈਠੀ ਹੁੰਦੀਆਂ ਇਸ ਪ੍ਰੋਡਿਊਸ ਦੇ ਉੱਪਰ ਜਿਹੜਾ ਵੀਟ ਸੋਰਸ ਕਰਕੇ, ਦੈਨ ਯੂ ਵੁੱਡ ਹੈਵ ਸੀਨ ਕਿ ਕੰਟਰੀ ਦਾ ਕੀ ਹਾਲ ਹੋਣਾ ਸੀ। ਸਰਕਾਰ ਵੀ ਬੇਵਸ ਹੋ ਜਾਂਦੀ, ਬੇਵਸ ਹੋ। ਔਰ ਇਹ ਨਾ ਸੋਚੋ ਕਿ ਮੈਂ ਅਸੀਂ ਗੱਲ ਕਰ ਰਿਹਾ। ਆਈ ਗਿਵ ਯੂ ਵਨ ਐਗਜ਼ਾਮਪਲ ਆਲਸੋ। 2005-2006 ਵਿੱਚ ਵੀ ਕਮਿਟਡ ਦੀ ਵੀਟ ਬਲੰਡਰ, ਆਈ ਕਾਲ ਇਟ ਵੀਟ ਬਲੰਡਰ। ਉਹਦੇ ਵਿੱਚ ਕੀ ਹੋਏਗਾ, ਸਰਕਾਰ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਜ਼ ਕੈਨ ਗੋ ਐਂਡ ਬਾਈ ਡਾਇਰੈਕਟਲੀ ਫਰਮ ਫਾਰਮਰਸ, ਕਿਸਾਨਾਂ ਤੋਂ ਸਿੱਧਾ ਖਰੀਦ ਸਕਦੇ ਹੈਗੇ। ਕੰਪਨੀਆਂ ਨੇ ਖਰੀਦਿਆ, ਦੇ ਮੌਬਡ ਅਪ ਐਵਰੀ ਗ੍ਰੇਨ। ਉਹਦਾ ਰਿਜ਼ਲਟ ਇਹ ਹੋਇਆ ਕਿ ਜਦ ਇਹਨਾਂ ਨੇ ਬੈਠ ਕੇ ਬਣਾਉਣ ਲੱਗੇ ਕਿ ਵੀ ਸਾਡੇ ਪੀਡੀਐਸ ਵਾਸਤੇ ਕਿੰਨੀ ਰਿਕੁਆਇਰਮੈਂਟ ਚਾਹੀਦੀ ਹੈਗੀ ਹੈ, ਉਹਨਾਂ ਨੇ ਦੇਖਿਆ ਕਿ ਸਾਡੇ ਕੋਲ ਤਾਂ ਹੈ ਨਹੀਂ ਗ੍ਰੇਨ। ਫਿਰ ਉਹਨਾਂ ਨੇ ਸ਼ਰਦ ਪਵਾਰ ਜੀ ਮੰਤਰੀ ਹੁੰਦੇ ਸੀ ਉਸ ਟਾਈਮ, ਉਹਨਾਂ ਨੇ ਫਿਰ ਪ੍ਰਾਈਵੇਟ ਕੰਪਨੀਜ਼ ਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨਾ ਸਟਾਕ ਹੈ। ਪ੍ਰਾਈਵੇਟ ਕੰਪਨੀ ਨੇ ਰਿਫਿਊਜ਼ ਕਰਤਾ ਦੱਸਣ ਵਾਸਤੇ ਕਿ ਸਾਡੇ ਕੋਲ ਕਿੰਨਾ ਸਟਾਕ ਹੈ। ਮੈਨੂੰ ਯਾਦ ਹੈ ਉਸ ਟਾਈਮ ਦੀ ਗੱਲ ਕਿ ਉਹਦੇ ਬਾਅਦ ਸਰਕਾਰ ਨੂੰ ਮਜਬੂਰਨ ਇੰਪੋਰਟ ਕਰਨਾ ਪਿਆ। ਔਰ ਇੰਪੋਰਟ ਕਿੰਨਾ ਕਰਨਾ ਪਿਆ, ਅਗਲੇ 2 ਸਾਲ 2000 ਮੈਂ 5 ਔਰ 6 ਦੀ ਗੱਲ ਦੱਸ ਰਿਹਾ, 6 ਔਰ 7 ਦੇ ਵਿੱਚ 5, 6 ਔਰ 7 ਦੇ ਵਿੱਚ ਅਸੀਂ 7.71 ਲੱਖ ਟਨ ਅਸੀਂ ਵੀਟ ਇੰਪੋਰਟ ਕੀਤਾ ਸੀਗਾ। ਔਰ ਐਟ ਏ ਪ੍ਰਾਈਸ ਜਿਹੜਾ ਕਿ ਡਬਲ ਸੀਗਾ ਦੈਨ ਵਾਟ ਵੀ ਪੇਡ ਟੂ ਆਰ ਫਾਰਮਰਸ। ਔਰ ਇਹ ਹਾਲਾਤ ਹੋ ਗਏ ਸੀਗੇ ਕਿ ਬੀਜੇਪੀ ਉਸ ਟਾਈਮ ਆਪੋਜੀਸ਼ਨ ਵਿੱਚ ਹੁੰਦੀ ਸੀਗੀ ਐਂਡ ਦੇ ਹੈਡ ਡਿਮਾਂਡਡ ਏ ਸੀਬੀਆਈ ਇਨਕੁਆਇਰੀ ਇਨਟੂ ਇਟ। ਮੇਰਾ ਇਹ ਕਹਿਣਾ ਕਿ ਜੇ ਇਸ ਟਾਈਮ ਵੀ ਸਾਡੇ ਲਾਜ਼ ਹੁੰਦੇ ਨਾ ਤਾਂ ਸਾਨੂੰ ਇਹ ਕ੍ਰਾਈਸਿਸ ਦੁਬਾਰਾ, ਇਹ ਵੀਟ ਬਲੰਡਰ ਦੁਬਾਰਾ ਸਹਿਣਾ ਪੈਣਾ ਸੀਗਾ। ਸੋ ਚੋਇਸ ਇਜ਼ ਯੋਰਸ। ਅੰਦੋਲਨਕਾਰੀ ਤੁਸੀਂ ਕਿ ਆਤੰਕਵਾਦ ਕਿੰਨੇ ਨਾਮ ਕਿ ਅਸਲ ਵਿੱਚ ਉਹ ਦੇਸ਼ ਲਈ ਹਰ ਚੀਜ਼ ਮੰਨ ਜਾਂਦਾ ਹੈ, ਉਹਦੇ ਉੱਪਰ ਕਦੀ ਨਹੀਂ ਮੰਨੇਗਾ। ਠੀਕ ਗੱਲ ਹੈ, ਉਹ ਹੋਇਆ ਤੁਹਾਡੇ ਸਾਹਮਣੇ, ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਹੈਗਾ। ਔਰ ਇਹ ਹੁਣ ਵੀ ਇਹੀ ਹੋਣਾ ਸੀਗਾ। ਔਰ ਅੱਜ ਵੀ ਕਿਸਾਨਾਂ ਨੂੰ ਕਹਤਾ, ਕਿਸਾਨਾਂ ਨੇ ਬੰਦ ਕਰਤੀ ਕਣਕ ਵੇਚਣੀ। ਜੇ ਕਿਸੇ ਉਦਯੋਗ ਨੂੰ ਕਹਿ ਦੋ ਕਿ ਵੀ ਤੁਸੀਂ ਹੁਣ ਬਾਹਰ ਨਹੀਂ ਭੇਜ ਸਕਦੇ ਭਾਵੇਂ ਤੇ ਇੰਡੀਆ ਸ਼ਾਰਟੇਜ ਪੈ ਰਹੀ ਹੋ, ਤਾਂ ਕਿਸੇ ਗੱਲ ਤੇ ਨਹੀਂ ਮੰਨਣਗੇ। ਮੇਰਾ ਇਹ ਸੋਚਣਾ ਕਿ ਜਿਹੜਾ ਇੱਕ ਨੈਰੇਟਿਵ ਹੋਰ ਵੀ ਬਣਾਇਆ ਜਾ ਰਿਹਾ ਕਿ ਜੇ ਹੁਣ ਜਿਹੜਾ ਬੰਦ ਕਰਤਾ ਗਿਆ ਹੈਗਾ ਉਹਦੇ ਨਾਲ ਕਿਸਾਨਾਂ ਨੂੰ ਹੋਇਆ ਨੁਕਸਾਨ ਹੋਏਗਾ। ਮੇਰਾ ਮੰਨਣਾ ਕਿ ਨਹੀਂ, ਕਿਸਾਨਾਂ ਨੇ ਜੋ ਮਿਲਣਾ ਸੀ ਮਿਲ ਗਿਆ। ਮੈਂ ਇਹ ਨਹੀਂ ਕਹਿ ਰਿਹਾ, ਆਈ ਐਮ ਨੋਟ ਸਪੋਰਟਿੰਗ ਕਿ ਵੀ 13 ਤਰੀਕ ਨੂੰ ਕਿਉਂ ਸਰਕਾਰ ਨੇ ਬੈਨ ਕੀਤਾ। ਮੇਰਾ ਮਤਲਬ ਕਿ ਬੈਨ ਤੋਂ ਪਹਿਲੇ ਫॉर ਵਟ ਐਵਰ ਰੀਜ਼ਨਸ ਕਿਸਾਨਾਂ ਨੂੰ ਤਾਂ ਮਿਲ ਗਿਆ। ਦੇਖੋ 95% ਤੋਂ ਜ਼ਿਆਦਾ ਕਿਸਾਨ ਪਹਿਲੇ ਹੀ ਵੇਚ ਚੁੱਕੇ ਸੀਗੇ। ਔਰ ਪ੍ਰਾਈਵੇਟ ਕੰਪਨੀ ਹੋਏ ਜਾਂ ਫਿਰ ਉਹ ਪ੍ਰੋਕਿਉਰਮੈਂਟ ਹੋਏ, ਕੋਈ ਏਜੰਸੀ ਹੋਏ ਗਵਰਨਮੈਂਟ ਦੀ, ਉਹਨਾਂ ਨੂੰ ਆਪਣੇ ਪ੍ਰਾਈਸ ਮਿਲ ਗਏ ਸੀਗੇ। ਹੁਣ ਜਿਹੜਾ 1% 2% ਕਿਸਾਨ ਜਿਨ੍ਹਾਂ ਨੇ ਬਚਾ ਕੇ ਰੱਖਿਆ ਸੀਗਾ, ਅਗਰ ਉਹਨਾਂ ਨੂੰ ਇੰਪੈਕਟ ਪਿਆ ਹੈਗਾ ਤਾਂ ਤੁਸੀਂ ਇਹ ਸਾਰਾ, ਕਿਉਂਕਿ ਬੇਸਿਕਲੀ ਇੰਪੈਕਟ ਪਿਆ ਟ੍ਰੇਡ ਨੂੰ। ਹੁਣ ਜੇ ਟ੍ਰੇਡ ਨੂੰ ਪਿਆ ਹੈਗਾ ਤਾਂ ਟ੍ਰੇਡ ਬੜਾ ਹੁਸ਼ਿਆਰੀ ਨਾਲ ਇੱਕ ਮੈਸੇਜ ਦੇ ਰਿਹਾ ਕਿ ਕਿਸਾਨਾਂ ਨੂੰ ਮਾਰ ਪਏਗੀ, ਕਿਉਂਕਿ ਉਹਨਾਂ ਨੂੰ ਪਤਾ ਕਿ ਕਿਸਾਨਾਂ ਇਮੋਸ਼ਨਲ ਇਸ਼ੂ ਹੈ, ਉੱਥੇ ਲੋਕੀ ਸਾਰੇ ਅਲਰਟ ਹੋ ਜਾਂਦੇ ਆ। ਮੇਰਾ ਇਹ ਕਹਿਣਾ ਕਿ ਤੁਸੀਂ ਕਿਸਾਨਾਂ ਦਾ ਫਿਕਰ ਨਾ ਕਰੋ। ਜਦ ਕਿਸਾਨ ਟਮਾਟਰ ਸੁੱਟਦਾ ਹੈ ਸੜਕਾਂ ਤੇ ਤਦ ਤੱਕ ਕੋਈ ਨਹੀਂ ਖੜਾ ਹੋਇਆ ਬੋਲਦਾ ਕਿ ਟਮਾਟਰਾਂ ਦਾ ਨੁਕਸਾਨ ਹੁੰਦਾ, ਕਿਸਾਨ ਦਾ ਨੁਕਸਾਨ ਹੋ ਰਿਹਾ। ਜਦ ਆਲੂ ਸੁੱਟਦਾ ਤਾਂ ਵੀ ਕਦੀ ਕਿਸੇ ਨੇ ਕਿਹਾ ਹੈਗਾ, ਹੈ ਨਾ, ਹਾਂ ਚੁੱਕਣ ਪਹੁੰਚ ਜਾਂਦੇ ਹੈਗੇ, ਕਿਸੇ ਨੇ ਨਹੀਂ ਕਿਹਾ ਕਿਸੇ। ਅੱਜ ਅਗਰ ਟ੍ਰੇਡ ਨੂੰ ਅਗਰ ਉਸੇ ਮਾਰਕੀਟ ਸਿਚੁਏਸ਼ਨ ਦੇ ਵਿੱਚ ਆਪਰੇਟ ਕਰਨਾ ਹੈਗਾ ਕਿ ਤੁਸੀਂ ਸੋਚ ਰਹੇ ਸੀਗੇ ਕਿ ਯੂ ਵਿਲ ਮੇਕ ਲੋਟ ਆਫ ਮਨੀ, ਨਹੀਂ ਹੋ ਰਹੀ ਹੈਗੀ, ਆਈ ਥਿੰਕ ਯੂ ਸ਼ੁਡ ਬੀ ਰੈਡੀ ਟੂ ਸੈਲ ਇਟ ਆਫ ਐਟ ਚੀਪਰ ਪ੍ਰਾਈਸ। ਜਦ ਕਿਸਾਨ ਸੁੱਟ ਸਕਦਾ ਹੈ, ਸਸਤੇ ਦਾਮ ਤੇ ਦੇ ਸਕਦਾ ਹੈ, ਤਾਂ ਟ੍ਰੇਡ ਵੀ ਸਸਤੇ ਦਾਮ ਤੇ ਦੇ ਸਕਦੀ ਹੈ। ਮੇਰਾ ਇਹ ਮੰਨਣਾ ਹੈਗਾ। ਲੇਕਿਨ ਤੁਸੀਂ ਦੇਖੋ ਕਿ ਇੰਨੀ ਜ਼ਬਰਦਸਤ ਆਵਾਜ਼ ਨਿਕਲੇਗੀ, ਇੰਨੀ ਲੌਬਿੰਗ ਹੋ ਰਹੀ ਹੈ ਕਿ ਨਹੀਂ ਟ੍ਰੇਡ ਨੂੰ ਕੁਝ ਨਹੀਂ ਹੋਣਾ ਚਾਹੀਦਾ ਹੈਗਾ। ਮੈਂ ਟ੍ਰੇਡ ਦੇ ਖਿਲਾਫ ਨਹੀਂ ਹੈ, ਪਰ ਪਲੀਜ਼ ਲੈਟਸ ਟਰਾਈ ਟੂ ਅੰਡਰਸਟੈਂਡ ਕਿ ਕਿਸਾਨ ਵਾਸਤੇ ਕਿਉਂ ਨਹੀਂ ਇੰਨਾ ਗੁੱਸਾ ਆਉਂਦਾ ਜਾਂ ਇੰਨਾ ਇੱਕ ਤਰ੍ਹਾਂ ਦਾ ਬਿਲਡਅਪ ਹੁੰਦਾ ਸਾਰੇ ਦੇਸ਼ ਵਿੱਚ ਕਿ ਬਈ ਕਿਸਾਨ ਨੂੰ ਵੀ ਬਚਾਓ। ਨਹੀਂ, ਕੋਈ ਨਹੀਂ ਕਰਦਾ ਉਸ ਸਮੇਂ। ਤਾਂ ਦੀ ਪੁਆਇੰਟ ਆਮ ਟਰਾਈਂਗ ਟੂ ਮੇਕ ਇਜ਼ ਉਹ ਫਿਰ ਉਹੀ ਨੈਰੇਟਿਵ ਆ ਜਾਂਦਾ ਹੈ ਕਿ ਬਈ ਜਿਹੜੇ ਪੈਸੇ ਵਾਲੇ ਹੈਗੇ ਉਹਨਾਂ ਨੂੰ ਤੁਸੀਂ ਬਚਾਉਣਾ ਹੈਗਾ, ਜਿਹੜਾ ਵਿਚਾਰਾ ਆਪਣੀ ਸਟਰਗਲ ਕਰ ਰਿਹਾ ਹੈਗਾ, ਆਈ ਥਿੰਕ ਵੀ ਟੇਕ ਇਟ ਐਜ਼ ਅ ਗੌਨ ਕੇਸ। ਕੋਈ ਗੱਲ ਨਹੀਂ, ਇਹ ਤਾਂ ਹੁੰਦਾ ਹੀ ਹੈ। ਤਾਕਤਵਰ ਹਮੇਸ਼ਾ ਡਾਰਵਿਨ ਦੀ ਥਿਉਰੀ ਹੈ, ਤਾਕਤਵਰ ਚੱਲੇਗਾ। ਆਈ ਥਿੰਕ ਸਰਵਾਈਵਲ ਆਫ ਫਿਟੈਸਟ ਹੁਣੇ ਵੀ ਉਹੀ ਥਿਉਰੀ ਚੱਲਦੀ ਰਹੇਗੀ। ਐਂਡ ਮੀਡੀਆ ਜਿਹੜਾ ਨੈਰੇਟਿਵ ਹੈ ਉਹ ਸਭ ਤਾਕਤਵਰ ਦੇ ਹੱਥ ਵਿੱਚ ਰਹਿ ਗਿਆ, ਰਾਈਟ। ਬਦਲ ਸਕਦੀ ਹੈ ਯੂਰਪ, ਤੁਸੀਂ ਇਟਰਨਲ ਆਪਟਿਮਿਸਟ ਹੈਗੇ, ਤੁਸੀਂ ਬੋਲੋਗੇ ਹਾਂ ਬਦਲ ਸਕਦੀ ਹੈ, ਬਟ ਤੁਸੀਂ ਇੰਨੇ ਸਾਲ ਤੋਂ ਇਹ ਦੇਖਦੇ ਆ ਰਹੇ ਹੋ,
स्थिति बेहतर तो नहीं हुई? ਨਿਮਰਤ ਜੀ ਮੇਰਾ ਇੱਕ ਸੋਚਣਾ ਹੈਗਾ ਕਿ ਵੀ ਇਟ ਇਜ਼ ਨਾਟ ਏ ਈਜ਼ੀ ਪਾਥਵੇ, ਇਹ ਸਭ ਜਾਣਦੇ ਸੀ। ਜਦ ਅਸੀਂ ਵੈਂਚਰ ਆਊਟ ਵੀ ਕੀਤਾ ਸੀਗਾ ਸਾਨੂੰ ਪਤਾ ਸੀਗਾ ਕਿ ਕਿੰਨਾ ਡਿਫਿਕਲਟ ਟਾਸਕ ਹੈ, ਪਰ ਮੇਰਾ ਹਾਲੇ ਵੀ ਸੋਚਣਾ ਹੈ, ਤੁਸੀਂ ਸੋਚੋਗੇ ਕਿ ਮੈਂ ਆਪਟੀਮਿਸਟ ਹੋਣ ਦੇ ਕਰਕੇ ਹੀ ਕਹਿ ਰਿਹਾ ਹੈਗਾ, ਮੇਰਾ ਸੋਚਣਾ ਹੈ ਕਿ ਮੇਰੇ ਜਾਣ ਤੋਂ ਪਹਿਲੇ ਇਹ ਜ਼ਰੂਰ ਹੋ ਜਾਏਗਾ। ਮੈਂ ਇਸ ਕਰਕੇ ਕਹਿ ਰਿਹਾ ਹੋਪਫੁਲ ਕਿਉਂ ਹੈਗਾ, ਕਿਉਂਕਿ ਅੱਜ ਦੁਨੀਆ ਵਿੱਚ ਅਗਰ ਤੁਸੀਂ ਦੇਖ ਲਓ ਜੋ 20 ਸਾਲ 30 ਸਾਲ ਪਹਿਲੇ ਅਸੀਂ ਜਦ ਇਸ ਗੱਲਾਂ ਨੂੰ ਜਿਹੜੀ ਗੱਲਾਂ ਅੱਜ ਕਰ ਰਹੇ ਕਰਦੇ ਸੀਗੇ ਕੋਈ ਸੁਣਨ ਵਾਲਾ ਵੀ ਨਹੀਂ ਹੁੰਦਾ ਸੀਗਾ। ਅੱਜ ਤੁਸੀਂ ਮੰਨੋ ਕਿ ਇੰਨਾ ਬਿਲਡਅਪ ਹੋ ਚੁੱਕਾ ਹੈਗਾ ਕਿ ਹਰ ਸਤਰ ਤੇ ਹਰ ਸਟੇਜ ਤੇ ਡਿਫਰੈਂਟ ਲੈਵਲਸ ਤੇ ਇਹ ਗੱਲਾਂ ਜਿਹੜੀਆਂ ਉਠਾਈ ਜਾ ਰਹੀ ਹੈਗੀਆਂ। ਆਈ ਨੋ ਮੇਰੇ ਵਰਗੀ ਸ਼ਹਿਰੀ ਕੁੜੀ ਵੀ ਸਿੱਖ ਗਈ ਹੈ ਕਾਫੀ ਕੁਝ ਇਹਨਾਂ ਚੀਜ਼ਾਂ ਬਾਰੇ। ਤੁਸੀਂ ਵੀ ਸਿੱਖ ਰਹੇ ਹੋ ਔਰ ਮੈਂ ਦੇਖ ਰਿਹਾ ਜੀ ਕਿ ਮੈਂ ਦੇਖਾਂ ਓਵਰ ਲਾਸਟ ਫਿਊ ਡੇਜ਼ ਲੈਟਸ ਸੇ ਵੀਟ ਦੇ ਇਸ਼ੂ ਤੇ ਜਿੰਨੇ ਕਿ ਇੰਟਰਵਿਊਜ਼ ਮੈਂ ਦਿੱਤੀਆਂ ਗਲੋਬਲੀ, ਹਾਂਜੀ ਉਹ ਇਟ ਟੈਲਸ ਮੀ ਕਿ ਕਿੰਨਾ ਕੁ ਲੋਕਾਂ ਦਾ ਸੋਚ ਸਮਝ ਜਿਹੜੀ ਹੈ ਬਦਲ ਰਹੀ ਹੈ ਹੁਣ। ਔਰ ਮੈਂ ਇਸ ਕਰਕੇ ਕਹਿ ਰਿਹਾ ਕਿ ਵੀ ਇੱਕ ਈਵਨ ਇਕਨੋਮਿਕ ਸੋਚ ਵੀ ਬਦਲ ਰਹੀ ਹੈਗੀ ਹੈ ਔਰ ਪੋਲੀਟੀਕਲ ਸੋਚ ਵੀ ਬਦਲ ਰਹੀ ਹੈਗੀ ਹੈ। ਸਾਡੇ ਦੇਸ਼ ਵਿੱਚ ਸ਼ਾਇਦ ਨਹੀਂ ਬਦਲ ਰਹੀ ਹੈ ਕਿ ਵੀ ਆਰ ਸਟਿਲ ਪੁਸ਼ਿੰਗ ਕਿ ਅਸੀਂ ਉਹੀ ਇਕਨੋਮਿਕ ਏਜੰਡਾ ਲੈ ਕੇ ਚੱਲਣਾ ਹੈਗਾ, ਪਰ ਈਵਨ ਇਨ ਦ ਰਿਚ ਕੰਟਰੀਜ਼ ਬਦਲ ਗਏ। ਹੁਣ ਤਾਂ ਦੇਖੋ ਨਾ ਪ੍ਰੈਜ਼ੀਡੈਂਟ ਜੋ ਬਾਈਡਨ ਹੈ, ਮੈਂ ਇਹ ਨਹੀਂ ਕਿ ਵੀ ਬਿਲਕੁਲ ਉਹਨਾਂ ਦਾ ਉਹ ਹੈਗਾ ਆਈ ਵੁੱਡ ਸੇ ਬਲਾਈਂਡ ਫਾਲੋਅਰ, ਪਰ ਮੈਂ ਕਈ ਜਗ੍ਹਾ ਦੇਖਦਾ ਹੀ ਇਜ਼ ਟੇਕਨ ਸੱਚ ਸਟਰੋਂਗ ਐਕਸ਼ਨਸ ਔਰ ਸੱਚ ਕਲੀਅਰ ਐਕਸ਼ਨਸ ਔਰ ਉਹਦਾ ਮੈਸੇਜ ਸਾਰੀ ਦੁਨੀਆ ਵਿੱਚ ਜਾਂਦਾ ਹੈਗਾ। ਜੇ ਫੋਰ ਇੰਸਟੈਂਸ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ 4 ਬੜੀ ਕੰਪਨੀਆਂ ਹੈਗੀਆਂ, ਹਾਂਜੀ ਲਾਈਵ ਸਟਾਕ ਦੀਆਂ, ਔਰ ਉਹ 85% ਕੰਟਰੋਲ ਕਰਦੀ ਆ ਮਾਰਕੀਟ ਨੂੰ। ਉਹਨਾਂ ਦੇ ਪ੍ਰੋਫਿਟ 300% ਵੱਧ ਗਏ ਹੈਗੇ ਆ ਔਰ ਜਿਹੜਾ ਕੰਜ਼ਿਊਮਰ ਹੈ ਉਹਦੇ ਵੀ ਪ੍ਰਾਈਸਿਸ ਵੱਧ ਗਏ ਹੈਗੇ ਆ। what Biden says is ਕਿ ਇਹ ਬੇਸਿਕਲੀ ਦੇਰ ਆ ਪ੍ਰੀਡੇਟਰੀ ਪ੍ਰਾਈਸਿੰਗ ਕਰ ਰਹੇ ਹੈਗੇ ਆ ਐਂਡ ਬੜੀ ਕੰਪਨੀਆਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਤੋਂ ਨਿਕਲ ਆਓ ਨਹੀਂ ਤਾਂ ਵੀ ਗੋਇੰਗ ਟੂ ਟੇਕ ਸਮ ਐਕਸ਼ਨ ਅਗੇਂਸਟ ਯੂ। ਇਹ ਗੁੱਡ ਸਾਈਨ ਨਾ। ਤੁਹਾਨੂੰ ਦੂਜਾ ਕਹਿਣਾ ਕਿ ਬਿਲੀਅਨਰਸ ਦੇ ਉੱਪਰ ਸਾਰੀ ਜਗ੍ਹਾ ਦੁਨੀਆ 'ਚ ਇਹ ਹੋ ਰਿਹਾ ਕਿ ਬਈ ਬਿਲੀਅਨਰਸ ਨੂੰ ਟੈਕਸ ਨਹੀਂ ਕੀਤਾ ਜਾਂਦਾ। ਸਾਡੇ ਹਿੰਦੁਸਤਾਨ 'ਚ ਵੀ ਇਹੀ ਅਸੀਂ ਟੈਕਸ ਘਟਾ ਰਹੇ ਉਹਨਾਂ ਦੇ ਉੱਪਰ। ਅਮਰੀਕਾ ਨੇ ਪਹਿਲੀ ਵਾਰੀ ਇੱਕ ਬਿਲੀਅਨਰ ਇਨਕਮ ਟੈਕਸ ਲੈ ਕੇ ਆਏ ਹੈਗੇ। ਦੀਸ ਆਰ ਪੋਜ਼ਿਟਿਵ ਡਿਵੈਲਪਮੈਂਟਸ। ਕਦੀ ਸੋਚ ਸਕਦੇ ਸੀ 4 ਸਾਲ ਪਹਿਲੇ ਇਸ ਤਰ੍ਹਾਂ ਹੋ ਜਾਏਗਾ? The point I'm trying to make is the world is changing. ਹੁਣ ਕਿੰਨੇ ਸਾਲ ਲੱਗਦੇ ਆ? 2 ਸਾਲ 3 ਸਾਲ 4 ਸਾਲ? I think it will depend upon you and me, ਮਤਲਬ ਸਭ ਨਾਲ, ਕਿ ਜਦ ਤੱਕ ਅਸੀਂ ਇਸ ਕੌਨਸ਼ੀਅਸ ਹੋ ਕੇ ਇਸ ਗੱਲ ਨੂੰ ਬਿਲਡ ਅਪ ਨਹੀਂ ਕਰਾਂਗੇ ਉਹਦਾ ਸੋਲੂਸ਼ਨ ਕੋਈ ਨਹੀਂ ਹੈ। ਮੈਂ ਇੱਕ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਐਂਡ ਆਈ ਥਿੰਕ ਯੂ ਵਿਲ ਐਗਰੀ ਵਿਦ ਮੀ, ਗਿਵ ਮੀ ਦੈਟ ਮਿਨਟ ਆਲਸੋ, ਕਿ ਮੈਨੂੰ ਯਾਦ ਹੈ ਇੱਕ ਵਾਰੀ ਅਫਰੀਕਾ ਵਿੱਚ ਮੈਂ ਇੱਕ ਲੈਕਚਰ ਦੇ ਰਿਹਾ ਸੀਗਾ। ਉਹਦੇ ਲੈਕਚਰ ਤੋਂ ਬਾਅਦ ਇੱਕ ਮਹਿਲਾ ਖੜੀ ਹੁੰਦੀ ਹੈ, ਉਹ ਮੈਨੂੰ ਕਹਿੰਦੀ ਹੈ ਕਿ ਜੋ ਤੁਸੀਂ ਦੱਸ ਰਹੇ ਹੋ ਸਭ ਠੀਕ ਹੈ, ਪਰ ਮੈਂ ਤਾਂ ਇਕੱਲੀ ਹੈਗੀ ਹਾਂ, ਮੈਂ ਕੀ ਕਰ ਸਕਦੀ ਹਾਂ? ਐਂਡ ਆਈ ਥਿੰਕ ਸ਼ੀ ਹੈਡ ਅ ਵੈਰੀ ਇੰਪੋਰਟੈਂਟ ਕੁਐਸਚਨ ਟੂ ਆਸਕ। ਔਰ ਮੈਂ ਸੋਚ ਰਿਹਾ ਸੀਗਾ ਕਿ ਬੜਾ ਇੰਪੋਰਟੈਂਟ ਹੈ ਕਿਉਂਕਿ ਹਰ ਆਦਮੀ ਇਹੀ ਸੋਚਦਾ ਹੈ ਕਿ ਮੈਂ ਇਕੱਲਾ ਹੈਗਾ, ਮੈਂ ਕੀ ਕਰ ਸਕਦਾ। ਲੱਕੀਲੀ ਫॉर ਮੀ ਇੱਕ ਮਹਿਲਾ ਹੋਰ ਖੜੀ ਹੁੰਦੀ ਹੈ, ਉਹ ਕਹਿੰਦੀ ਸਰ इसका ਜਵਾਬ ਮੈਂ ਦੂੰਗੀ। ऑफ कोर्स दे आर टॉकिंग इन दैट लैंग्वेज। तो मैं उन्होंने कहा कि यस प्लीज़ बी माई गेस्ट। तो कहती है कि अफ्रीका 'ਚ एक कहावत है कि अगर तुम सोचो कि तुम इकल्ले हो और तुम कुछ नहीं कर सकते तो तुम रात को उस एक कमरे जिथे भी सोंदे हो उत्थे ये सोच के सो या एश्योर करो कि उत्थे एक मच्छर रह जाए। एक मच्छर भी तुहाडा जीना हराम कर दिंदा रात को। द पॉइंट शी सैड कि क्या तुम मच्छर तो भी गए गुजरे हो गए। आई थिंक जिस दिन सानू ये फीलिंग आ जाएगी ना कि मेरा भी रोल हैगा एज ए इंडिविजुअल, आई थिंक 1+1+1 यू नो इस तरह वो मूवमेंट जिहड़ा हैगा बढ़ता हैगा। सो लेट अस होप कि वो अफ्रीका का जिहड़ा एक सेइंग हैगा या अफ्रीका की जिहड़ी प्रोवर्ब हैगी है, आई थिंक दैट शुड बी ए ग्लोबल काइंड ऑफ ए फैक्टर जिहड़ा सोच नूं बदले। थैंक यू सो मच। तुसी पॉजिटिविटी ਜਿਹੜੀ ਦੇ ਕੇ ਜਾਂਦੇ ਹੋ ਹਮੇਸ਼ਾ, ਉਹਦੇ ਲਈ ਬਹੁਤ ਬਹੁਤ ਧੰਨਵਾਦ ਐਂਡ ਸੋ ਮਚ ਜਾਣਕਾਰੀ। ਬਟ ਆਫ ਕੋਰਸ ਉਮੀਦ ਕਰਦੇ ਹਾਂ ਕਿ ਕਿਸਾਨਾਂ ਦਾ ਜਿਹੜੀ ਆਵਾਜ਼ ਹੈ ਉਹ ਸਿਆਸਤ ਕਮਜ਼ੋਰ ਨਾ ਕਰ ਪਾਏ। ਉਹ ਉਹਨਾਂ ਦੇ ਹੱਕਾਂ ਵਾਸਤੇ ਕੁਝ ਇਹੋ ਜਿਹੇ ਲੀਡਰਸ ਆਉਣ ਜੋ ਉਹਨਾਂ ਦੀ ਆਵਾਜ਼, ਐਂਡ ਆਈ ਥਿੰਕ ਸਮਾਜ ਵਿੱਚ ਜੋ ਅਸੀਂ ਖਾਣਾ ਖਾਂਦੇ ਹਾਂ ਉਹਦੇ ਪ੍ਰਤੀ ਥੋੜ੍ਹੀ ਜਿਹੀ ਜ਼ਿੰਮੇਦਾਰੀ ਸਾਡੀ ਵਧਣੀ ਚਾਹੀਦੀ ਹੈਗੀ ਹੈ। ਸੋ ਅਸੀਂ ਬਹੁਤ ਦਿਨਾਂ ਬਾਅਦ ਮਿਲੇ ਹਾਂ, ਪਰ ਉਮੀਦ ਕਰਦੇ ਹਾਂ ਫਿਰ ਜਲਦੀ ਮਿਲਾਂਗੇ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।